हाँ जी दोस्तों, ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਕੰਪੀਟੀਸ਼ਨ ਵਾਰੀਅਰ ਤੇ। ਜਿਵੇਂ ਕਿ ਤੁਹਾਨੂੰ ਪਤਾ ਕਿ ਆਪਣਾ ਜਿਹੜਾ ਕਾਂਸਟੇਬਲ ਦਾ ਪੇਪਰ ਆ ਉਹ ਬਹੁਤ ਨੇੜੇ ਆ ਗਿਆ। ਆਪਣੇ ਅਗਸਤ ਦੇ ਪਹਿਲੇ ਵੀਕ ਦੇ ਵਿੱਚ ਆਪਣਾ ਕਾਂਸਟੇਬਲ ਦਾ ਪੇਪਰ ਲੈਤਾ ਜਾਊਗਾ ਤੇ ਉਹਦੇ ਲਈ ਕੀ ਕੀਤਾ ਹੋਇਆ ਜੀ, ਆਪਾਂ ਇੱਕ ਮੌਕ ਟੈਸਟ ਦੀ ਸੀਰੀਜ਼ ਚਲਾਈ ਹੋਈ ਆ। ਜਿਵੇਂ ਅੱਜ ਆਪਣਾ ਮੌਕ ਟੈਸਟ ਨੰਬਰ 1 ਹੈ, ਉਹਦੇ ਜਿਹੜਾ ਆਪਾਂ ਮੌਕ ਟੈਸਟ ਆ ਪਹਿਲਾਂ ਆਪਾਂ ਆਫਲਾਈਨ ਲੈਣੇ ਆ, ਉਸ ਤੋਂ ਬਾਅਦ ਜਿਹੜੀ ਆਫਲਾਈਨ ਤੁਹਾਡੇ ਕੋਲ ਉਹਦੀ ਹਾਰਡ ਕਾਪੀ ਆ, ਸਾਨੂੰ ਜਿਹੜਾ ਆਪਣਾ ਵੀਡੀਓ ਥੱਲੇ ਆਪਣਾ ਟੈਲੀਗ੍ਰਾਮ ਦਾ ਲਿੰਕ ਹੋਊਗਾ ਉੱਥੇ ਤੁਹਾਨੂੰ ਮਿਲ ਜਾਏਗਾ। ਆਪਾਂ ਅੱਜ ਕੀ ਕਰਦੇ ਹਾਂ, ਆਪਣਾ ਮੈਥ ਦਾ ਸੈਕਸ਼ਨ ਆ ਜੀ, ਉਹਦੇ ਜਿਹੜੇ ਕੁਐਸਚਨ ਸੀ ਉਹਨਾਂ ਨੂੰ ਆਪਾਂ ਡਿਸਕਸ ਕਰਦੇ ਹਾਂ ਵੀ ਤੁਸੀਂ ਕਿਸ ਤਰ੍ਹਾਂ ਨੂੰ ਸੋਲਵ ਕਰ ਸਕਦੇ ਹੋ। ਆਪਾਂ ਸਭ ਤੋਂ ਪਹਿਲਾਂ ਫਸਟ ਕੁਐਸਚਨ ਸਟਾਰਟ ਕਰਾਂਗੇ। ਦੇਖੋ ਪਹਿਲਾ ਕੁਐਸਚਨ ਸੀ ਆਪਣੇ ਕੋਲ ਜਿਹੜਾ ਆਪਣਾ ਮੌਕ ਟੈਸਟ ਨੰਬਰ 1 ਸੀ, ਜਿਹੜਾ ਉਹਦੇ ਆਪਣੇ ਕੋਲ ਹਾਰਡ ਕਾਪੀ ਤੇ ਬੱਚੇ ਅੱਜ ਪਹਿਲਾਂ ਟੈਸਟ ਦੇ ਕੇ ਜਾ ਰਹੇ ਆ, ਉਸ ਤੋਂ ਬਾਅਦ ਆਪਣੀ ਉਹਦੀ ਵੀਡੀਓ ਵੀ। ਪਹਿਲਾ ਕੁਐਸਚਨ ਸੀ ਆਪਣੇ ਕੋਲ, ਇਹਨਾਂ ਨੇ ਕਿਹਾਗਾ ਕਿ 60 ਤੋਂ ਲੈ ਕੇ 80 ਤੱਕ, 60 ਤੇ 80 ਦੇ ਵਿਚਕਾਰ ਕਿਹੜੀਆਂ ਬੱਚੇ ਸੰਖਿਆ ਦੀ ਗੱਲ ਕੀਤੀ ਹੋਈ ਹੈ। ਇਹਨਾਂ ਨੇ 60 ਤੋਂ 80 ਦੇ ਵਿਚਕਾਰ ਦੀ ਸੰਖਿਆ ਦੀ ਗੱਲ ਕੀਤੀ ਆ। 60 ਤੋਂ ਲੈ ਕੇ 80 ਦੇ ਵਿਚਕਾਰ ਕਿਹੜੀਆਂ ਬੱਚੇ ਸੰਖਿਆ ਦੀ ਗੱਲ ਕੀਤੀ ਆ? ਪ੍ਰਾਈਮ ਨੰਬਰ। ਪ੍ਰਾਈਮ ਨੰਬਰ ਅਭਾਜਕ ਨੰਬਰ ਹੁੰਦੇ ਜਿਹੜੇ ਬੱਚੇ ਵੰਡੇ ਨਹੀਂ ਜਾਂਦੇ, ਉਹਨਾਂ ਨੰਬਰਾਂ ਦਾ ਜੋੜ ਕਿੰਨਾ ਹੋਊਗਾ? ਉਹਨਾਂ ਨੰਬਰਾਂ ਦਾ ਜੋੜ ਕਿੰਨਾ ਹੋਊਗਾ? ਸਮ ਕਿੰਨਾ ਹੋਊਗਾ? ਜਿਹੜੇ ਪ੍ਰਾਈਮ ਨੰਬਰ ਨੇ, ਅਭਾਜਕ ਨੰਬਰ ਹੈ ਜਿਹੜੇ ਬੱਚੇ ਵੰਡੇ ਨਹੀਂ ਜਾਂਦੇ, ਉਹਨਾਂ ਨੰਬਰਾਂ ਦਾ ਜੋੜ ਕਿੰਨਾ ਹੋਊਗਾ? ਹੁਣ ਦੇਖੋ ਇਹਨੂੰ ਆਪਾਂ ਕਿਵੇਂ ਕਰੀਏ ਜੀ। ਆਪਾਂ ਗੱਲ ਕਰੀਏ, ਦੇਖੋ 60 ਤੋਂ ਬਾਅਦ ਕਿਹੜਾ ਆ ਗਿਆ? 61 ਆਪਣੇ ਕੋਲ ਨੰਬਰ ਆ ਗਿਆ ਜਿਹੜਾ ਅਭਾਜਕ ਆ, ਜਿਹੜਾ ਬੱਚਿਓ ਵੰਡਿਆ ਨਹੀਂ ਜਾਂਦਾ। ਉਸ ਤੋਂ ਬਾਅਦ ਜਿਹੜਾ 63 ਨੰਬਰ ਆ ਬੱਚਿਓ, 63 ਵੰਡਿਆ ਜਾਂਦਾਗਾ। 65 ਵੀ ਕਿਸੇ ਨਾਲ ਵੰਡਿਆ ਜਾਊਗਾ। 67 ਆਪਣੇ ਕੋਲੇ ਉਹ ਕਿਸੇ ਨਾਲ ਨਹੀਂ ਵੰਡਿਆ ਜਾਣਾ। ਉਸ ਤੋਂ ਬਾਅਦ ਆ ਗਿਆ 67। 67 ਤੋਂ ਬਾਅਦ ਮੈਂ ਅੱਗੇ ਗੱਲ ਕਰਾਂ, 69 ਵੀ ਵੰਡਿਆ ਜਾਂਦਾਗਾ। 71 ਕਿਸੇ ਨਾਲ ਨਹੀਂ ਵੰਡਿਆ ਜਾਂਦਾ। ਉਸ ਤੋਂ ਬਾਅਦ ਬੱਚੇ ਆਪਣੇ ਕੋਲ 71। 71 ਤੋਂ ਬਾਅਦ ਮੇਰੇ ਕੋਲ ਆ ਗਿਆ ਬੱਚਿਓ 73। ਠੀਕ ਹੈ, 73 ਤੋਂ ਬਾਅਦ ਮੇਰੇ ਕਿੰਨਾ ਆ ਗਿਆ? 79 80। ਇਹ ਬੱਚੇ ਆਪਣੇ ਕੋਲ 1 2 3 4 5 5 ਨੰਬਰ ਉਹ ਆ ਗਏ ਜਿਹੜੇ ਅਭਾਜਕ ਨੰਬਰ ਨੇ, ਜਿਹੜੇ ਪ੍ਰਾਈਮ ਨੰਬਰ ਹੈ, ਜਿਹੜੇ ਕਿਸੇ ਨਾਲ ਨਹੀਂ ਵੰਡੇ ਜਾਂਦੇ। ਕੁਐਸਚਨ ਦੇ ਵਿੱਚ ਆਪਾਂ ਪੁੱਛਿਆ ਵੀ 60 ਤੋਂ ਲੈ ਕੇ 80 ਦੇ ਵਿੱਚ ਜਿਹੜੇ ਬੱਚੇ ਉਹ ਅਭਾਜਕ ਨੰਬਰ ਨੇ, ਪ੍ਰਾਈਮ ਨੰਬਰ ਜਿਹੜੇ ਕਿਸੇ ਨਾਲ ਨਹੀਂ ਵੰਡੇ ਜਾਂਦੇ, ਉਹਨਾਂ ਦਾ ਜੋੜ ਕਿੰਨਾ ਹੋਊਗਾ? ਬਸ ਇਹਨਾਂ ਨੂੰ ਆਪਾਂ ਜੋੜਨਾ ਸ਼ੁਰੂ ਕਰਦੇ ਹਾਂ। ਦੇਖੋ ਬੱਚੇ 9 ਤੇ 1 10, 10 ਤੋਂ ਬਾਅਦ ਦੇਖੋ 7 ਤੇ 3 10 ਹੋ ਗਿਆ, 20 ਤੇ 21 ਆ ਗਿਆ, 21 ਹੋ ਗਿਆ। ਉਸ ਤੋਂ ਬਾਅਦ 7 14 ਤੇ 21 ਹੋ ਗਿਆ। 21 ਤੇ ਆਪਾਂ 6 ਜੋੜੀਏ ਬੱਚੋ, 21 ਤੇ 6 ਜੋੜਾਂਗੇ ਤਾਂ 27 ਹੋ ਗਿਆ। 27 ਦੇ ਵਿੱਚ ਆਪਾਂ 6 ਜੋੜਾਂਗੇ 33, 33 ਦੋ ਹਾਸਲ ਆ ਗਏ ਤਾਂ ਕਿੰਨਾ ਆ ਗਿਆ ਆਪਣੇ ਕੋਲੇ? 35। ਤਾਂ ਬੱਚੋ ਜਿਹੜਾ ਆਪਣਾ ਆਨਸਰ ਹੈ ਉਹ ਕਿੰਨਾ ਹੋਊਗਾ? 352 ਆਪਣਾ ਆਨਸਰ ਹੋਊਗਾ। 352 ਆਪਣਾ ਸੀ ਵਾਲਾ ਆਨਸਰ। ਠੀਕ ਹੈ, ਇਹ ਆਪਣਾ ਪਹਿਲਾ ਆਨਸਰ ਕੀ ਆਊਗਾ? ਸੀ ਵਾਲਾ। ਭਾਜਕ ਸੰਖਿਆ ਕਿਹੜੀਆਂ ਹੋਣਗੀਆਂ 60 ਤੋਂ 80 ਦੇ ਵਿੱਚ? 61 67 71 73 ਤੇ 79, 5 ਹੋ ਗਏ। ਠੀਕ ਹੈ, ਉਸ ਤੋਂ ਬਾਅਦ ਆਪਾਂ ਅਗਲਾ ਕੁਐਸਚਨ ਦੇਖਦੇ ਹਾਂ। ਦੇਖੋ ਦੂਸਰੇ ਕੁਐਸਚਨ ਦੇ ਵਿੱਚ ਕੀ ਕਿਹਾ ਗਿਆ? ਕਾਮਨ ਦੇ ਕੁਐਸਚਨ ਹੈ, ਪੇਪਰਾਂ ਦੇ ਵਿੱਚ ਬਹੁਤ ਰਿਪੀਟ ਹੋਏ ਨੇ ਕਿ ਆਪਾਂ ਨੂੰ ਕਿਹਾ ਕਿ ਇੱਕ ਵਿਦਿਆਰਥੀ ਨੇ ਕੀ ਕੀਤਾ, ਇੱਕ ਸੰਖਿਆ ਨੂੰ 9/5 ਦੀ ਬਜਾਏ ਗੁਣਾ ਕਿਹਦੇ ਨਾਲ ਕਰਨੀ ਸੀ ਬੱਚੇ? 9/5, ਉਹਦੀ ਬਜਾਏ ਉਹਨੇ 5/9 ਦੇ ਨਾਲ ਗੁਣਾ ਕਰ ਲਈ ਤਾਂ ਕੀ ਹੋਊਗਾ? ਜਿਹੜਾ ਉਹਦਾ ਆਨਸਰ ਹੋਊਗਾ ਬੱਚੇ, ਉਹਦੇ ਵਿੱਚ ਐਰਰ ਆਊਗਾ, ਗਲਤੀ ਆਊਗੀ। ਜਿਹੜੀ ਉਹ ਆਨਸਰ ਦੇ ਵਿੱਚ ਗਲਤੀ ਆਈ ਹੈ, ਕਿੰਨੇ % ਦੀ ਗਲਤੀ ਹੈ, ਆਪਣੇ ਕੁਐਸਚਨ ਪੁੱਛਿਆ ਉਹਨਾਂ ਨੇ। ਠੀਕ ਹੈ, ਹੁਣ ਦੇਖੋ ਆਪਾਂ ਇਹਨੂੰ ਕਰੀਏ। ਜੇ ਆਪਾਂ ਗੱਲ ਕਰਦੇ ਹਾਂ ਕਿ ਆਪਣੇ ਕੋਲੇ ਜਿਹੜਾ ਵਿਦਿਆਰਥੀ ਸੀ ਉਹਨੇ ਕਰਨੀ ਕਿਹਦੇ ਨਾਲ ਸੀ ਗੁਣਾ? 9/5 ਦੇ ਨਾਲ। ਬੱਚੋ ਕਰਨੀ ਕਿਹਦੇ ਨਾਲ ਸੀ? 9/5 ਦੇ ਨਾਲ। ਇੱਕ ਵਿਦਿਆਰਥੀ ਨੇ ਇੱਕ ਸੰਖਿਆ ਨੂੰ 9/5 ਦੀ ਬਜਾਏ 5/9 ਦੇ ਨਾਲ ਗੁਣਾ ਕਰ ਲਈ। ਗੁਣਾ ਕਿਹਦੇ ਨਾਲ ਕਰ ਲਈ? 5/9 ਦੇ ਨਾਲ ਗੁਣਾ ਕਰ ਲਈ। ਤਾਂ ਉਹਦੇ ਵਿੱਚ ਜਿਹੜਾ ਉਹਦਾ ਆਨਸਰ ਆਉਣਾ ਸੀ, ਉਹਦਾ ਐਰਰ ਆ ਗਈ, ਗਲਤੀ ਆ ਗਈ। ਉਹ ਕਿੰਨੇ % ਦੀ ਵਿੱਚੋਂ ਗਲਤੀ ਆਈ ਆਪਾਂ ਨੂੰ ਇਹ ਪੁੱਛ ਰਹੇ ਨੇ। ਆਪਾਂ ਦੇਖਦੇ ਹਾਂ, ਆਪਾਂ ਕੀ ਕਰਦੇ? ਦੇਖੋ ਬੱਚੇ ਇਹਦੇ ਨੀਚੇ ਕਿੰਨਾ 5, ਇਹਦੇ ਨੀਚੇ ਕਿੰਨਾ ਦਾ 9। ਆਪਾਂ ਇਹਦੀ ਉਹ ਵੈਲਿਊ ਲੈ ਲੈਣੇ ਜੀ ਐਲਸੀਐਮ, ਕਿਉਂਕਿ ਕੱਟਣੀ ਸੌਖੀ ਆ। ਦੇਖੋ 5 ਤੇ 9 ਦਾ ਐਲਸੀਐਮ ਕਿੰਨਾ ਹੋਊਗਾ? 45। ਆਪਾਂ ਕੀ ਲੈ ਲਿਆ? 45। ਮੈਂ ਮੰਨ ਲੈਣਾ ਜਿਹੜਾ ਵਿਦਿਆਰਥੀ ਸੀ ਉਹਦੇ ਕੋਲ ਜਿਹੜੀ ਸੰਖਿਆ ਸੀ ਉਹ 45 ਸੀ। ਦੇਖੋ ਇੱਕ ਵਾਰੀ ਮੈਂ 45 ਦੇ ਵਿੱਚ ਗੁਣਾ ਕਰ ਦਿੰਨਾਗਾ 9/5 ਨਾਲ। ਠੀਕ ਆ, 9/5 ਨਾਲ ਕਰ ਲੈਣਾਗਾ, ਕਿਉਂਕਿ ਦੇਖੋ ਇੱਕ ਵਿਦਿਆਰਥੀ ਨੇ ਇੱਕ ਸੰਖਿਆ ਨੂੰ 9/5 ਨਾਲ ਗੁਣਾ ਕਰਨੀ ਸੀ। 9/5 ਨਾਲ ਗੁਣਾ ਕਰਨੀ ਸੀ, ਇੱਕ ਵਾਰ ਤਾਂ 9/5 ਨਾਲ ਕਰਨਾ, ਦੂਸਰੀ ਵਾਰ ਇਹ 9/5 ਦੀ ਥਾਂ ਕੀ ਨਾਲ ਕਰ ਲਈ? 5/9 ਨਾਲ ਗੁਣਾ ਕਰ ਲਈ। ਠੀਕ ਆ, ਉਹਨੇ ਗਲਤੀ ਨਾਲ 5/9 ਨਾਲ। ਜੇ ਉਹ ਸਹੀ ਦੇਖੋ 9/5 ਨਾਲ ਕਰਦਾ, ਇਹਨੂੰ ਕੈਨਸਲ ਕਰਾਂਗੇ 9/45, ਤਾਂ ਉਹਦਾ ਆਨਸਰ ਕਿੰਨਾ ਹੋਣਾ ਸੀ ਬੱਚਿਓ? 81 ਹੋਣਾ ਸੀ। ਠੀਕ ਆ, ਜੇ ਉਹਨੇ ਕਰ ਲਿਆ 5/9 ਨਾਲ ਕਰ ਲਈ 9×5 45, ਤਾਂ ਉਹਦਾ ਆਨਸਰ ਕਿੰਨਾ ਆ ਗਿਆ ਬੱਚਿਓ? 25 ਆ ਗਿਆ। ਠੀਕ ਹੈ, ਪਹਿਲਾਂ ਆਉਣਾ ਕਿੰਨਾ ਸੀ? ਜੇ ਬੱਚੇ ਉਹ 9/5 ਨਾਲ ਕਰਦਾ ਤਾਂ ਉਹਦਾ ਆਨਸਰ ਆਉਣਾ ਸੀ 81, ਪਰ ਉਹਨੇ ਗਲਤੀ ਨਾਲ ਕੀ ਨਾਲ ਕਰ ਲਈ? 5/9 ਨਾਲ ਕਰ ਲਈ, ਤਾਂ ਉਹਦਾ ਆਨਸਰ ਕਿੰਨਾ ਆ ਗਿਆ? 25। ਹੁਣ ਇਹ ਪੁੱਛਦੇ ਕਿੰਨੇ % ਦਾ ਐਰਰ ਆ ਗਿਆ। ਜੇ ਮੈਂ ਦੇਖੋ ਇਹਨਾਂ ਦੇ ਵਿੱਚੋਂ ਡਿਫਰੈਂਸ ਦੇਖਾਂ ਬੱਚਿਓ ਕਿੰਨੇ ਆ ਗਿਆ? 81 ਦੇ ਵਿੱਚੋਂ 25 ਨੂੰ ਮਾਈਨਸ ਕਰਾਂ, ਦੇਖੋ 11 ਬਣ ਗਿਆ, 6 ਬਣ ਗਿਆ, 7 ਤਾਂ 5, 57 ਨੰਬਰ ਦਾ ਐਰਰ ਆ ਗਿਆ। ਤਾਂ ਕਿੰਨੇ ਦਾ ਐਰਰ ਆ ਗਿਆ ਬੱਚਿਓ? 57 ਦਾ। ਕਿੰਨੇ ਦਾ ਆ ਗਿਆ? 57 ਦਾ। ਹਮੇਸ਼ਾ ਪਰਸੈਂਟੇਜ ਆਪਾਂ ਰੀਜਨਲ ਵੈਲਿਊ ਦੇਖਦੇ ਹਾਂ, ਜੇ ਉਹ ਸਹੀ ਕਰਦਾ ਤਾਂ ਕਿੰਨੀ ਆਉਣੀ ਸੀ? 81। परसेंट वास्ते बच्चों गुना 100 करते हैं।
परसेंट वास्ते बच्चों गुणा 100 करते हैं। 57 ਦੀ 100 ਨਾਲ ਗੁਣਾ ਕਰਾਂਗੇ ਕਿੰਨਾ ਬਣ ਗਿਆ ਬੱਚਿਓ ਆਪਣੇ ਕੋਲ 5500। ਇਹਨੂੰ ਡਿਵਾਈਡ ਕਰਨਾ ਬੱਚਿਓ 81 ਦੇ ਨਾਲ। ਡਿਵਾਈਡ ਕਿਹਦੇ ਨਾਲ ਕਰਨਾ 81 ਦੇ ਨਾਲ। ਮੈਂ ਦੇਖਾਂ ਤਾਂ 81 ਦੇ ਨੀਅਰ ਅਬਾਊਟ ਪਹਿਲਾਂ 6 ਤੇ ਜਾਊਗਾ। ਦੇਖੋ 6 ਆ ਗਿਆ, 8 ਸੀ ਕਿੰਨਾ ਆ ਗਿਆ ਬੱਚਿਓ 48। ਕਿੰਨਾ ਆ ਗਿਆ ਆਪਣੇ ਕੋਲੇ 8 ਸੀ 48 ਹੋ ਗਿਆ। 6 ਤੇ ਗਿਆ, ਦੇਖੋ ਅगर मैं 7 ਤੇ ਲੈ ਕੇ ਜਾਣਾਗਾ 7 ਆ ਗਿਆ, 7 8 55 ਇਹਦਾ ਵਧਿਆ ਤਾਂ ਕਿੰਨਾ ਆ ਗਿਆ 6 ਤੇ ਜਾ ਰਹੇਗਾ। ਦੇਖੋ 6 ਵਾਲਾ ਬੱਚਿਓ ਆਨਸਰ ਆਪਣੇ ਕੋਲ ਆ ਵੀ ਹੈਗਾ ਤੇ ਆਨਸਰ ਹੋ ਜਾਏਗਾ। ਅਗਰ ਆਪਾਂ ਦੋਨੇ ਦੇਖਣੇ ਪੈਣਗੇ 6 ਤੇ ਗਿਆ, ਪਹਿਲਾਂ ਕਿੰਨਾ ਆ ਗਿਆ ਆਪਣੇ ਕੋਲ ਬੱਚਿਓ 486। 6 ਤੇ ਗਿਆ, ਬਚ ਕਿੰਨਾ ਗਿਆ ਬੱਚਿਓ ਇਧਰੋਂ ਆਪਣੇ ਕੋਲ 14 ਬਚ ਗਿਆ। 60 ਆਪਣੇ ਕੋਲ ਹੋਣੇ 14 ਤੇ 60 ਕਿੰਨਾ ਬਚ ਗਿਆ ਬੱਚਿਓ ਆਪਣੇ ਕੋਲ 74 ਬਚ ਗਿਆ। 14 ਇਧਰੋਂ ਬਚ ਗਿਆ ਤੇ 60 ਉਧਰੋਂ 74 ਬਚ ਗਿਆ। ਨਾਲ ਆਪਾਂ 0 ਉਤਾਰ ਲਈ। ਹੁਣ ਆਪਾਂ ਦੇਖੀਏ ਕਿੰਨੇ ਤੇ ਜਾਊਗਾ ਤੇ ਆਪਾਂ ਦੇਖੋ 81। 81 ਨੂੰ ਅਗਰ 9 ਤੇ ਲੈ ਕੇ ਜਾਂਦੇ ਆ 9 ਆ ਗਿਆ, ਕਿੰਨਾ ਆ ਗਿਆ 72। ਠੀਕ ਆ, ਤਾਂ ਬੱਚਿਓ ਕਿਤੇ ਜਾ ਰਹੇਗਾ 9 ਤੇ ਜਾ ਰਹੇਗਾ। ਕਿੰਨੇ ਤੇ ਜਾ ਰਹੇਗਾ 9 ਤੇ। ਤਾਂ ਆਪਣੇ ਕੋਲ ਆਨਸਰ ਕਿਹੜਾ ਆ ਗਿਆ ਏ ਵਾਲਾ ਆਨਸਰ ਆ ਗਿਆ। ਆਪਾਂ ਪਹਿਲੇ ਦੋ ਅੱਖਰਾਂ ਤੋਂ ਮੈਚ ਕਰ ਲਿਆ। ਪਹਿਲਾਂ ਆਪਣਾ 6 ਤੇ ਜਾ ਰਿਹਾ, ਫਿਰ ਬੱਚਿਓ 9 ਤੇ ਜਾ ਰਿਹਾ। ਤਾਂ ਆਪਣਾ ਆਨਸਰ ਕਿੰਨਾ ਹੋਊਗਾ 69.13% ਦਾ ਐਰਰ ਆਊਗਾ। ਹਮੇਸ਼ਾ ਇਸ ਤਰ੍ਹਾਂ ਦਾ ਕੋਈ ਵੀ ਸਵਾਲ ਆਊਗਾ ਤਾਂ ਤੁਸੀਂ ਉਹ ਵਾਲੀ ਸੰਖਿਆ ਬੱਚਿਓ ਮੰਨ ਲੈਣੀ ਹੈ ਕਿ ਜਿਹੜਾ ਉਹਦਾ ਐਲਸੀਐਮ ਆ ਆਪਾਂ ਮੰਨ ਲਾਂਗੇ ਜਿਹੜੀ ਵਿਦਿਆਰਥੀ ਕੋਲੇ ਸੰਖਿਆ ਸੀ ਉਹ ਕਿੰਨੀ ਸੀ। ਜਿਹੜਾ ਥੱਲੜੇ ਨੰਬਰਾਂ ਦਾ ਆਪਣੇ ਕੋਲ ਐਲਸੀਐਮ ਆ, ਇੱਥੇ ਐਲਸੀਐਮ ਕਿੰਨਾ 45 ਤਾਂ 45 ਮੰਨ ਲਿਆ। 13/45 9/5 ਨਾਲ ਗੁਣਾ ਕਰ ਲਓ। ਇੱਕ ਵਾਰੀ 45 ਦੀ 5/9 ਨਾਲ ਗੁਣਾ ਕਰ ਲਓ। ਦੋਵੇਂ ਸੰਖਿਆ ਪਹਿਲਾਂ 81 ਸੀ, ਹੁਣ ਕਿੰਨੀ ਆ ਗਈ 25। ਕਿੰਨੇ ਦਾ ਐਰਰ ਆ ਗਿਆ 57 ਦਾ। ਕਿਹਦੇ ਵਿੱਚ ਆਏਗਾ 81 ਵਿੱਚ। ਕਿਉਂਕਿ ਰੇ ਨਾਲ ਵੈਲਿਊ ਕਿੰਨੀ 81 ਗੁਣਾ 100 ਕਰੋ ਪਰਸੈਂਟੇਜ ਆਪਣਾ ਨਿਕਲੂਗਾ ਏ ਵਾਲਾ ਬੱਚੇ ਦੇ ਵਿੱਚ ਆਨਸਰ ਹੋਊਗਾ। ਅਗਲਾ ਦੇਖਦੇ ਆਪਾਂ। ਅਗਲਾ ਦੇਖੋ ਆਪਣੇ ਕੋਲ ਕੀ ਆ ਪ੍ਰੋਫਿਟ ਲਾਸ ਦੇ ਵਿੱਚ ਕੀ ਕਹਿੰਦੇ ਆ ਬੱਚਿਓ ਇੱਕ ਮੇਜ਼ ਨੂੰ 2400 ਰੁਪਏ ਵਿੱਚ ਵੇਚਿਆ। ਇੱਕ ਦੁਕਾਨਦਾਰ ਨੇ ਇੱਕ ਮੇਜ਼ ਨੂੰ ਕਿੰਨੇ ਦਾ ਵੇਚਿਆ ਬੱਚਿਓ 2400 ਰੁਪਏ ਦਾ। ਕਿੰਨੇ ਦਾ ਵੇਚਦਾ 2400 ਰੁਪਏ ਦਾ। 2400 ਰੁਪਏ ਦਾ ਵੇਚਣ ਤੇ ਉਹਨੂੰ 20% ਲਾਭ ਹੁੰਦਾਗਾ। ਉਹਨੂੰ 20% ਵਿੱਚੋਂ ਕੀ ਹੁੰਦਾਗਾ ਲਾਭ ਹੁੰਦਾਗਾ ਜਦੋਂ ਉਹ 2400 ਦਾ ਵੇਚਦਾ। ਜੇਕਰ ਉਸਨੇ ਉਹੀ ਕੀ ਕਰਨਾਗਾ 20% ਹਾਨੀ ਹੋਵੇ ਤਾਂ ਉਹ ਕਿੰਨੇ ਦਾ ਵੇਚੂਗਾ। ਜੇ ਉਸਨੇ ਨੂੰ 20% ਹਾਨੀ ਹੋਵੇ ਤਾਂ ਕਿੰਨੇ ਦਾ ਵੇਚੂਗਾ। ਠੀਕ ਹੈ, ਜਦ ਵੀ ਆਪਣੇ ਕੋਲ ਪ੍ਰੋਫਿਟ ਲਾਸ ਦੇ ਵਿੱਚ ਸਵਾਲ ਆਉਣਗੇ ਤੁਸੀਂ ਕੀ ਮੰਨਣਾਗਾ ਕਿ ਜਿਹੜਾ ਆਪਣਾ ਖਰੀਦ ਮੁੱਲ ਹੋਊ ਬੱਚਿਓ 100% ਹੋਊਗਾ। ਖਰੀਦ ਮੁੱਲ ਕਿੰਨਾ ਹੋਊ ਬੱਚਿਓ ਆਪਣਾ 100% ਹੋਊਗਾ। ਇਹਦੇ ਵਿੱਚ ਜਦ ਵੀ ਆਪਾਂ ਨੂੰ ਲਾਭ ਹੁੰਦਾ ਜਿਵੇਂ 20% ਲਾਭ ਹੋ ਗਿਆ ਤਾਂ 100% ਦੇ ਖਰੀਦੇ ਹੋਏ ਚ ਕਿੰਨੇ ਦੀ ਵਿਕਦੀ 120% ਦੀ ਵਿਕ ਜੂ। ਜੇ ਆਪਾਂ ਨੂੰ ਹਾਨੀ ਹੋਊਗੀ, ਜੇ ਮੰਨ ਲਓ 20% ਦੀ ਹਾਨੀ ਹੋਊਗੀ ਤਾਂ ਆਪਾਂ ਕਹਾਂਗੇ ਜਿਹੜੀ ਆਪਾਂ 100% ਦੇ ਚੀਜ਼ ਖਰੀਦੀ ਸੀ ਉਹ ਆਪਾਂ ਨੂੰ ਕਿੰਨੇ ਦੇ ਵੇਚਣੀ ਪੈਗੀ 80% ਦੇ ਵੇਚਣੀ ਪੈਗੀ। ਹੁਣ ਦੇਖੋ ਪਹਿਲਾਂ ਨੂੰ ਲਾਭ ਹੁੰਦਾ ਕਿੰਨੇ ਦਾ ਲਾਭ ਹੁੰਦਾ ਬੱਚਿਓ 20% ਦਾ। 20% ਦਾ ਲਾਭ ਹੁੰਦਾ ਤੇ ਕਿੰਨੇ ਦੀ ਵਿਕਦੀ ਹੈ ਵਸਤੂ 120% ਦੇ ਵਿਕਦੀ ਹੈ। ਕਿੰਨੇ ਦੀ ਵਿਕਦੀ ਹੈ ਵਸਤੂ ਵਿੱਚੋਂ 120% ਤੇ। ਜੇ ਉਹਨੂੰ 20% ਦੀ ਹਾਨੀ ਚਾਹੁੰਦਾਗਾ 20% ਦੀ ਵੀ ਹਾਨੀ ਹੋਵੇ ਤਾਂ ਉਹਨੂੰ ਵਸਤੂ ਕਿੰਨੇ ਦੇ ਵਿੱਚ ਨਹੀਂ ਹੋਊ ਬੱਚਿਓ 80% ਦੇ ਵਿੱਚ। ਕਿੰਨੇ ਦੇ ਵਿੱਚ ਨਹੀਂ ਹੋਊਗੀ 80% ਤੇ। ਹੁਣ ਆਪਾਂ ਨੂੰ 120% ਦਾ ਆਪਾਂ ਨੂੰ ਦਿੱਤਾ ਹੈ ਬੱਚਿਓ 120% ਆਪਣੇ ਕੋਲ ਕਿਹਦੇ ਬਰਾਬਰ ਹੈ 2400 ਦੇ ਬਰਾਬਰ। ਇੱਕ ਕਿਹਦੇ ਬਰਾਬਰ ਆਪਣੇ ਬੱਚਿਓ 2400 ਬਟਾ 120। ਠੀਕ ਹੈ, ਹਾਨੀ ਚਾਹੀਏ 20% ਕਿੰਨੇ ਦੇ ਵਿੱਚੋਂ 80% ਦੀ। ਜਿੰਨੇ ਪਰਸੈਂਟ ਕੱਢਣਾ ਹੋਗੇ ਆਪਾਂ ਗੁਣਾ ਕਰ ਦਿੰਦੇ ਆ। 0 ਦੇ ਨਾਲ 0 ਕੱਟੇਗੀ 12 ਗੁਣਾ 24 ਆ ਗਿਆ, ਨਾਲ ਕੀ ਲੱਗੇ 0 8 ਦੂਣੀ 16 ਤਾਂ ਕਿੰਨਾ ਆ ਗਿਆ ਬੱਚਿਓ 1600 ਆਨਸਰ। ਜਿਹੜਾ ਆਪਣਾ ਮੈਥ ਦਾ 38ਵਾਂ ਸਵਾਲ ਆ ਉਹਦਾ 1600 ਵਿੱਚੋਂ ਆਨਸਰ ਆਊਗਾ। ਡੀ ਵਾਲਾ ਦੇ ਵਿੱਚੋਂ ਆਪਣਾ ਆਨਸਰ ਆਊਗਾ। ਇਹਨੂੰ ਆਪਾਂ ਇਸ ਤਰ੍ਹਾਂ ਕਰ ਸਕਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਆਪਾਂ ਅਗਲਾ ਦੇਖਦੇ ਹਾਂ। ਹਾਂਜੀ ਬੱਚੇ ਨੂੰ ਪੜੋ ਸਵਾਲ ਨੂੰ। ਆਪਣੇ ਕੋਲ ਸਧਾਰਨ ਵਿਆਜ ਦਾ ਸਵਾਲ ਹੈ। ਇਹਦੇ ਵਿੱਚ ਕੀ ਕਿਹਾ ਹੋਏਗਾ ਕਿ ਜਿਹੜੀ 2000 ਦੀ ਰਾਸ਼ੀ ਸੀ ਆਪਣੇ ਕੋਲ ਪੈਸੇ ਕਿੰਨੇ ਸੀ 2000। ਦਰ ਕਿੰਨੀ ਲੱਗਦੀ ਹੈ ਆਪਣੇ ਕੋਲੇ 25% ਦਰ ਲੱਗਦੀ ਹੈ। ਰੇਟ ਕਿੰਨਾਗਾ 25% ਤੇ ਆਪਾਂ ਨੂੰ ਜਿਹੜਾ ਵਿਆਜ ਹੈ ਬੱਚੋ ਕਿੰਨਾ ਮਿਲਦਾਗਾ 500 ਰੁਪਏ ਵਿਆਜ ਮਿਲਦਾਗਾ। ਤਾਂ ਸਮਾਂ ਪੁੱਛਦੇ ਆ ਵੀ ਸਮਾਂ ਕਿੰਨਾ ਲੱਗਿਆ ਵਾ, ਕਿੰਨੇ ਸਮੇਂ ਦੇ ਵਿੱਚ ਆਪਾਂ ਨੂੰ 500 ਰੁਪਏ ਵਿਆਜ ਮਿਲੂਗਾ। ਹੁਣ ਮੈਂ ਗੱਲ ਕਰਾਂ ਦੇਖੋ ਆਪਾਂ ਪੈਸੇ ਕਿੰਨੇ ਜਮ੍ਹਾਂ ਕਰਾਏ ਸੀ। ਜਿਹੜਾ ਆਪਣਾ ਮੂਲਧਨ ਹੈ ਜੋ ਪ੍ਰਿੰਸੀਪਲ ਬੋਲਦੇ ਬੱਚੇ 2000। ਠੀਕ ਆ 2000। ਠੀਕ ਆ, ਦਰ ਕਿੰਨੀ ਮਿਲਦੀ ਹੈ ਬੱਚਿਓ ਆਪਾਂ ਨੂੰ 25%। ਹਰ ਸਾਲ ਆਪਾਂ ਨੂੰ ਵਿਆਜ ਕਿੰਨਾ ਮਿਲਦਾਗਾ 25% ਵਿਆਜ ਮਿਲਦਾ। ਵਿਆਜ ਕਿੰਨਾ ਮਿਲਦਾ ਬੱਚਿਓ 25%। ਹੁਣ ਕੀ ਗੱਲ ਹੋਈ ਕਿ ਆਪਾਂ ਨੂੰ ਕਿੰਨੇ ਰੁਪਏ ਮਿਲੇ ਨੇ 500 ਰੁਪਏ ਵਿਆਜ ਮਿਲਿਆ। ਮੈਂ ਦੇਖਾਂ ਜਿਹੜਾ 500 ਰੁਪਏ ਵਿਆਜ ਮਿਲਿਆ ਆਪਾਂ ਨੂੰ ਕਿੰਨੇ ਪਰਸੈਂਟ ਮਿਲ ਗਿਆ। ਹਮੇਸ਼ਾ ਪਰਸੈਂਟ ਦੇਖੋ ਆਪਾਂ ਕਿੰਨੇ ਰੁਪਏ ਪ੍ਰਾਪਤ ਕੀਤੇ ਨੇ 500 ਰੁਪਏ। ਕਿੰਨੇ ਰੁਪਏ ਜਮ੍ਹਾਂ ਕਰਾਏ ਸੀ 2000 ਰੁਪਏ। ਜਮ੍ਹਾਂ ਕਿੰਨਾ ਕਰਾਇਆ ਸੀ ਬੱਚਿਓ 2000, ਮਿਲ ਕਿੰਨਾ ਗਿਆ 500। ਗੁਣਾ ਕਰਾਂਗੇ 100 ਕਿਉਂਕਿ ਪਰਸੈਂਟ ਕੱਢ ਰਹੇ ਹਾਂ। 2 0 ਨਾਲ 2 0 ਕੱਟੇਗੇ, ਆ 0 ਦੇ ਨਾਲ ਆ 0 ਕੱਟੇਗੀ। ਇਹਨੂੰ ਆਪਾਂ ਕੈਨਸਲ ਕਰਾਂਗੇ ਦੇਖੋ 5 ਤੇ ਗਿਆ 5 5 ਕਿੰਨਾ ਆ ਗਿਆ 25%। ਠੀਕ ਹੈ 25% ਹੋ ਗਿਆ। ਦੇਖੋ ਆਪਾਂ ਨੂੰ ਕੀ ਪਤਾ ਲੱਗੇ ਬੱਚੋ ਜਿਹੜਾ 500 ਰੁਪਏ ਹੈਗਾ ਉਹ 2000 ਦਾ 25% ਆ। ਆਪਾਂ ਨੂੰ ਹਰ ਸਾਲ ਕਿੰਨਾ ਮਿਲਦਾ 25%। ਇਹਦਾ ਮਤਲਬ ਜਿਹੜਾ ਹਰ ਸਾਲ ਦਰ ਹੁੰਦੀ ਹੈ ਉਹ ਇੱਕ ਸਾਲ ਦੇ ਵਿੱਚ ਜਿੰਨਾ ਪਰਸੈਂਟ ਮਿਲਦਾ ਆਪਾਂ ਨੂੰ 25% ਮਿਲ ਗਿਆ। 25% ਆਪਾਂ ਨੂੰ ਸਾਰੇ ਕਿੰਨੇ ਟਾਈਮ ਚ ਮਿਲਦੀ ਹੈ 1 ਸਾਲ ਦੇ ਵਿੱਚ। ਤਾਂ ਆਪਣਾ ਆਨਸਰ ਕੀ ਹੋਊਗਾ 1 ਸਾਲ।
ठीक है, क्योंकि आपको कितने रुपए मिलने 25%, हर साल आपको कितना मिलता 25%, ਇਹਦਾ ਮਤਲਬ ਇੱਕ ਸਾਲ ਦੇ ਵਿੱਚ आपको 25% ਮਿਲ ਗਿਆ। ਸਪੋਜ਼ ਕਰ ਲਓ ਇੱਥੇ 50% ਆ ਜਾਂਦਾ ਤਾਂ 2 ਸਾਲ ਲੱਗਣੇ ਸੀ, 75% ਆ ਜਾਂਦਾ ਤਾਂ 3 ਸਾਲ ਲੱਗਣੇ ਸੀ। ਇਸ ਤਰ੍ਹਾਂ ਨੂੰ ਆਪਾਂ ਕਰ ਸਕਦੇ ਹਾਂ। ਆਪਣਾ ਆਨਸਰ ਕੀ ਹੋਊਗਾ 1 ਸਾਲ ਹੋਊਗਾ, ਇਹਦਾ A ਵਾਲਾ ਆਨਸਰ ਹੋਊਗਾ। C ਵਾਲਾ ਆਪਣਾ C ਵਾਲਾ ਵਿੱਚ ਇਹਦੇ ਚ ਆਪਣਾ ਆਨਸਰ। ਅਗਲਾ ਦੇਖਦੇ ਹਾਂ ਆਪਾਂ ਟਾਈਮ ਐਂਡ ਵਰਕ ਦਾ ਵਿੱਚੋਂ ਸਵਾਲ ਆ। ਇਹਦੇ ਵਿੱਚ ਕੀ ਕਹਿੰਦੇ ਕਹਿੰਦੇ A ਤੇ B ਨੇ, ਜਦੋਂ A ਤੇ B ਮਿਲਦੇ ਨੇ, ਦੋਵੇਂ A ਤੇ B ਵਿੱਚੋਂ ਮਿਲ ਜਾਂਦੇ ਨੇ, ਮਿਲ ਕੇ ਕਿਸੇ ਕੰਮ ਨੂੰ ਕਿੰਨੇ ਦਿਨਾਂ ਚ ਕਰਦੇ ਆ 20 ਦਿਨਾਂ ਚ। ਆਪਾਂ ਕਹਿੰਦੇ A plus B, ਇੱਕ ਤਾਂ A ਹੈ ਇੱਕ plus B ਆ, ਦੋਵੇਂ ਮਿਲ ਕੇ ਕੰਮ ਨੂੰ ਕਿੰਨੇ ਦਿਨਾਂ ਚ ਕਰਦੇ ਆ ਵਿੱਚੋਂ 20 ਦਿਨਾਂ ਦੇ ਵਿੱਚ। ਅੱਗੇ ਕਹਿੰਦੇ B ਅਤੇ C, ਫਿਰ ਕੌਣ ਮਿਲ ਗਏ B ਅਤੇ C, ਦੋਵੇਂ ਮਿਲਦੇ ਆ, ਮਿਲ ਕੇ ਕਿੰਨੇ ਦਿਨਾਂ ਵਿੱਚ ਕਰਦੇ ਆ ਕੰਮ ਨੂੰ 10 ਦਿਨਾਂ ਦੇ ਵਿੱਚ। ਅੱਗੇ ਗੱਲ ਕਰਦੇ ਆ C ਤੇ A, ਹੁਣ ਗੱਲ ਕਰਦੇ ਆ C ਤੇ A ਦੀ ਵਿੱਚੋਂ, ਹੁਣ ਕਿੰਨੇ ਦਿਨਾਂ ਦੇ ਵਿੱਚ ਕਰਦੇ ਆ 12 ਦਿਨਾਂ ਦੇ ਵਿੱਚ। ਠੀਕ ਆ, ਸਭ ਤੋਂ ਪਹਿਲਾਂ ਦੇਖੋ ਦੋਵੇਂ A ਤੇ B ਮਿਲ ਗਏ ਤਾਂ ਕਿੰਨੇ ਦਿਨ ਲੱਗੇ ਨੇ ਆਪਣੇ ਕੋਲੇ 20 ਦਿਨ ਵਿੱਚੋਂ। B ਤੇ C ਮਿਲਣੇ ਨੇ ਕਿੰਨੇ ਦਿਨ ਲੱਗੇ ਨੇ 10 ਦਿਨ। C ਤੇ A ਮਿਲੇ ਨੇ ਤਾਂ ਕਿੰਨੇ ਦਿਨ ਲੱਗੇ ਨੇ ਵਿੱਚੋਂ ਆਪਣੇ ਕੋਲੇ ਤਾਂ ਲੱਗੇ ਨੇ 12 ਦਿਨ। ਹੁਣ ਕੀ ਕਰਨਾ ਤੁਸੀਂ ਇਹਨਾਂ ਦਾ ਆਪਾਂ ਐਲਸੀਐਮ ਲੈ ਲੈਣਾ ਵਿੱਚੋਂ। ਸਭ ਤੋਂ ਪਹਿਲਾਂ ਐਲਸੀਐਮ ਕਿੰਨਾ ਹੋਊਗਾ ਆਪਣੇ ਕੋਲੇ ਵਿੱਚੋਂ 60 ਆ ਜਾਏਗਾ। ਆਪਾਂ ਮੰਨਾਂਗੇ ਜਿਹੜਾ ਕੰਮ ਹੈ ਟੋਟਲ 60 ਯੂਨਿਟਾਂ, ਜਿਵੇਂ ਤੁਸੀਂ ਕਿਤਾਬਾਂ ਪੜ੍ਹਨੀਆਂ ਨੇ, ਆਪਾਂ ਕਹਿ ਦਈਏ ਵੀ ਤੁਸੀਂ ਕਿੰਨੀਆਂ ਕਿਤਾਬਾਂ ਪੜ੍ਹਨੀਆਂ ਨੇ 60, ਇਹ ਕਿੰਨੇ ਦਿਨ ਲਾਉਂਦੇ 20 ਦਿਨ, ਤਾਂ ਡੇਲੀ ਕਿੰਨੇ ਪੜ੍ਹਦੇ ਹੋਗੇ 3 ਕਿਤਾਬਾਂ। ਇਹ ਕਿੰਨੇ ਦਿਨ ਲਾਉਂਦੇ 10 ਦਿਨ, ਤਾਂ ਡੇਲੀ ਕਿੰਨੇ ਕਿਤਾਬਾਂ ਪੜ੍ਹਦੇ ਹੋਗੇ 6। ਇਹ ਕਿੰਨੇ ਦਿਨ ਲਾਉਂਦੇ 15 ਦਿਨ, ਤਾਂ ਡੇਲੀ ਕਿੰਨੇ ਪੜ੍ਹਦੇ ਹੋਗੇ ਬੱਚੋ 5 ਕਿਤਾਬਾਂ। ਇਹ ਇਹਨਾਂ ਦੀ ਕੰਮ ਕਰਨ ਦੀ ਸਮਰੱਥਾ ਆ ਗਈ। ਇਹਦੇ ਵਿੱਚ ਦੇਖੋ A ਵੀ 2 ਵਾਰ ਆ, B ਵੀ 2 ਵਾਰ ਆ ਤੇ C ਵੀ 2 ਵਾਰ ਆ। ਜੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਜੋੜਾਂ, ਦੇਖੋ 6 ਤੇ 3 9, 9 ਤੇ 5 14 ਹੋ ਗਿਆ, 14 ਹੋ ਗਿਆ। 14 ਦੇ ਵਿੱਚ A ਵੀ 2 ਵਾਰ ਆ, ਦੇਖੋ ਆ ਸੇ A ਵੀ 2 ਵਾਰ ਆ ਗਈ ਬੱਚਿਓ, B ਵੀ 2 ਵਾਰ ਆ ਗਈ, ਦੇਖੋ B ਦਾ ਕੰਮ ਵੀ 2 ਵਾਰ ਆ ਗਿਆ, C ਦਾ ਕੰਮ ਵੀ 2 ਵਾਰ ਆ ਗਿਆ। ਠੀਕ ਹੈ ਜੀ, A ਦਾ ਕੰਮ ਵੀ 2 ਵਾਰ ਆ ਗਿਆ ਬੱਚਿਓ, B ਦਾ ਕੰਮ ਵੀ 2 ਵਾਰ ਆ ਗਿਆ ਤੇ C ਦਾ ਕੰਮ ਵੀ 2 ਵਾਰ ਆ ਗਿਆ। ਅੱਗੇ ਆਪਾਂ ਨੂੰ ਕਿਹਾ ਸੀ ਜੇ ਇਹ ਮਿਲ ਕੇ ਕੌਣ ਤਿੰਨੇ A B C ਤਿੰਨੇ ਮਿਲ ਕੇ ਕਿੰਨੇ ਦਿਨਾਂ ਚ ਕਰਨਗੇ। ਇਹਦੇ ਵਿੱਚ ਦੇਖੋ ਇਹਨੂੰ ਮੈਂ 2 ਦਿਨਾਂ ਵੰਡਤਾ ਬੱਚਿਓ, 2 ਦਿਨਾਂ ਜਦੋਂ ਵੰਡਿਆ ਮੇਰੇ ਕੋਲ 7 ਯੂਨਿਟ ਆ ਗਿਆ। ਇਹਨੂੰ ਮੈਂ 2 ਦਿਨਾਂ ਤਾਂ ਵੰਡਿਆ ਕਿਉਂਕਿ ਇਹਦੇ ਵਿੱਚ ਜਿਹੜੀ ਆਪਣੀ ਐਫੀਸ਼ੀਐਂਸੀ ਇਹਨਾਂ ਦੀ ਕੰਮ ਕਰਨ ਦੀ ਸਮਰੱਥਾ 14 ਆ ਰਹੀ ਹੈ ਬੱਚਿਓ। 14 ਦੇ ਵਿੱਚ A ਵੀ 2 ਵਾਰੀ ਹੈ, B ਵੀ 2 ਵਾਰੀ ਹੈ ਤੇ C ਵੀ 2 ਵਾਰੀ ਆ, ਤਾਂ ਕਰਕੇ ਇਹਨੂੰ ਮੈਂ 2 ਨਾਲ ਵੰਡਦਾ, ਕਿੰਨਾ ਆ ਗਿਆ 7। ਤਾਂ ਇਹਦਾ ਮਤਲਬ A plus B, ਹੁਣ ਕੱਲੀ A ਦੀ, ਕੱਲੀ B ਦੀ, ਕੱਲੀ C ਦੀ, ਤਿੰਨਾਂ ਦੀ ਮਿਲ ਕੇ ਕਿੰਨੀ ਆ ਗਈ 7 ਯੂਨਿਟ। 7 ਯੂਨਿਟਾਂ ਕੰਮ ਕਰਦੇ ਆ। ਹੁਣ ਦੇਖੋ ਆਪਾਂ ਕੱਢਣਾ ਹੋਵੇ ਟਾਈਮ ਕੱਢਣਾ ਹੋਵੇ ਬੱਚਿਓ, ਸਮਾਂ ਕੱਢਣਾ ਹੋਵੇ, ਆਪਾਂ ਸਮਾਂ ਕਿਵੇਂ ਕੱਢਦੇ ਆ, ਕੁੱਲ ਕੰਮ ਬਟਾ ਸਮਰੱਥਾ। ਹੁਣ ਬੱਚਿਓ ਕੁੱਲ ਕੰਮ ਕਿੰਨਾ ਆਪਣੇ ਕੋਲੇ, ਕੁੱਲ ਕੰਮ ਕਿੰਨਾ 60 ਯੂਨਿਟਾਂ, ਕਿਤਾਬਾਂ ਕਿੰਨੀਆਂ 60 ਪੜ੍ਹਨੀਆਂ ਨੇ ਆਪਾਂ 60, ਇਹ ਤਿੰਨੇ ਮਿਲ ਕੇ ਕਿੰਨੀਆਂ ਪੜ੍ਹਦੇ ਨੇ 7, ਇਹਨੂੰ 7 ਦੇ ਨਾਲ ਡਿਵਾਈਡ ਕਰਤਾ। ਹੁਣ ਬੱਚਿਓ ਕਿੰਨੇ ਦਿਨ ਆਉਣਗੇ ਆਪਾਂ, D ਆਪਣੇ ਕੋਲੇ ਆਨਸਰ ਪਿਆ 60/7 ਦਿਨ ਆਪਣਾ ਆਨਸਰ ਆਊਗਾ। D ਵਾਲਾ ਬੱਚਿਓ ਦੇ ਵਿੱਚ ਆਪਣਾ ਆਨਸਰ ਆ ਜਿਹੜਾ 40 ਨੰਬਰ ਬਚਣਾ। ਅੱਗੇ ਗੱਲ ਕਰਦੇ ਆਪਾਂ, ਇਹ ਵੀ ਆਪਣੇ ਕੋਲ ਟਾਈਮ ਐਂਡ ਵਰਕ ਦਾ ਸਵਾਲ ਆ। ਇਹਦੇ ਵਿੱਚ ਬੱਚਿਓ ਕੀ ਕਹਿੰਦੇ ਨੇ ਕਿ ਜਿਹੜੀ A ਦੀ ਕੰਮ ਕਰਨ ਦੀ ਸਮਰੱਥਾ ਉਹ B ਨਾਲੋਂ 50% ਜ਼ਿਆਦਾ ਗਈ। ਬੱਚਿਓ ਇੱਕ ਤਾਂ ਆਪਣੇ ਕੋਲ A ਆ, ਦੂਜਾ ਕੌਣ ਹੈ B। ਜੇ A ਆਪਣੇ ਹਿਸਾਬ ਨਾਲ 100% ਕੰਮ ਕਰਦਾ, ਦੇਖੋ A ਕਹਿੰਦਾ ਵੀ ਮੈਂ, B ਕਹਿੰਦਾ ਵੀ ਮੈਂ ਆਪਣੇ ਹਿਸਾਬ ਨਾਲ ਜੀ 100% ਕੰਮ ਕਰਦਾ, ਤਾਂ A ਕੀ ਕਰਦਾ 50% ਜ਼ਿਆਦਾ ਬੱਚਿਓ, ਤੇ A ਕਿੰਨਾ ਕਰੂਗਾ 150% ਕੰਮ ਕਰੂਗਾ। ਠੀਕ ਆ, ਮੈਂ ਕੱਟਾ ਦੇਖੋ ਆ 0 ਦੇ ਨਾਲ 0 ਕੱਟੇਗੀ, 5 ਤੇ ਕੱਟੂਗਾ 2, ਇਹਨੂੰ 5 ਤੇ ਕੱਟੂਗਾ 3। ਠੀਕ ਆ, ਇੱਥੋਂ ਮੈਨੂੰ ਕੀ ਆ ਗਿਆ, ਇੱਥੋਂ ਮੇਰੇ ਕੋਲੇ A ਅਤੇ B ਦੀ ਕੰਮ ਕਰਨ ਦੀ ਸਮਰੱਥਾ ਆ ਗਈ, ਕੰਮ ਕਰਨ ਦੀ ਕੈਪੈਸਿਟੀ ਆ ਗਈ। ਤਾਂ ਮੈਂ ਇਹ ਕਹਿ ਸਕਦਾਗਾ ਕਿ ਜਿਹੜੀ A ਆ ਉਹ ਕਿੰਨੇ ਯੂਨਿਟਾਂ ਕੰਮ ਕਰਦੀ ਹੈ ਬੱਚਿਓ, 3 ਯੂਨਿਟਾਂ ਕੰਮ ਕਰਦੀ ਹੈ। ਜਿਹੜੀ B ਆ ਉਹ ਕਿੰਨੀ ਕਰਦੀ ਆ 2 ਯੂਨਿਟਾਂ ਕੰਮ ਕਰਦੀ ਹੈ। ਠੀਕ ਆ, ਇੱਥੋਂ ਇਹਨਾਂ ਦੀ ਕੰਮ ਕਰਨ ਦੀ ਸਮਰੱਥਾ ਆ ਗਈ। ਅੱਗੇ ਇਹਨਾਂ ਨੇ ਕਿਹਾਗਾ ਕਿ ਜੇ ਆਪਾਂ B ਤੋਂ ਕੰਮ ਕਰਾਉਣੇ ਆ, B 15 ਦਿਨਾਂ ਵਿੱਚ ਕੰਮ ਕਰ ਦਿੰਦਾ। ਜੇ ਇਹੀ ਕੰਮ ਆਪਾਂ B ਤੋਂ ਕਰਾਉਣੇ ਆ, B ਕਿੰਨੇ ਦਿਨਾਂ ਵਿੱਚ ਕਰ ਦਿੰਦਾਗਾ 15 ਦਿਨਾਂ ਦੇ ਵਿੱਚ ਕੰਮ ਕਰ ਦਿੰਦਾਗਾ। B ਕਿੰਨੇ ਦਿਨਾਂ ਚ ਕਰਦਾ 15 ਦਿਨਾਂ ਵਿੱਚ। ਕੁੱਲ ਕੰਮ ਕਿੰਨਾ ਹੁੰਦਾ ਬੱਚਿਓ, ਜਿੰਨੀ ਕੰਮ ਕਰਨ ਦੀ ਸਮਰੱਥਾ ਹੁੰਦੀ ਹੈ ਉਹਨੂੰ ਸਮੇਂ ਦੇ ਨਾਲ ਗੁਣਾ ਕਰ ਦਿੰਦੇ ਆ, ਕੁੱਲ ਕੰਮ ਹੁੰਦਾ। ਤਾਂ ਦੇਖੋ B ਕਿੰਨਾ ਕਰਦਾਗਾ, B ਕਰਦਾ 2 ਯੂਨਿਟਾਂ ਕੰਮ। ਕਿੰਨੇ ਯੂਨਿਟਾਂ ਕੰਮ ਕਰਦਾ ਬੱਚਿਓ 2 ਯੂਨਿਟਾਂ, ਕਿੰਨੇ ਦਿਨ ਲਾਉਂਦਾ 15 ਦਿਨ। ਇਹ ਕੁੱਲ ਕੰਮ ਹੋ ਗਿਆ, ਕਿਹਦੇ ਦੁਆਰਾ ਕੀਤਾ ਗਿਆ B ਦੁਆਰਾ। ਹੁਣ ਇਹੀ ਕੰਮ ਆਪਾਂ ਬੱਚਿਓ ਕਿਤੋਂ ਕਰਾਉਣਾਗਾ, ਕਹਿੰਦਾ A ਤੇ B ਦੋਵੇਂ ਮਿਲ ਕੇ, A ਤੇ B, A ਕਿੰਨਾ ਕਰਦਾ 3, B ਕਿੰਨਾ ਕਰਦਾਗਾ 2, ਤਾਂ ਦੋਵੇਂ ਮਿਲ ਕੇ ਕਿੰਨਾ ਕਰਦੇ ਨੇ 5, ਦੋਵੇਂ ਮਿਲ ਕੇ ਕਿੰਨਾ ਕਰਦੇ ਨੇ 5, ਤਾਂ ਕਿੰਨਾ ਕਰਨਗੇ ਇਹ 5। ਹਮੇਸ਼ਾ ਟਾਈਮ ਕੱਢਣ ਵਾਸਤੇ ਜਿਵੇਂ ਕੁੱਲ ਕੰਮ ਆ ਬਟਾ ਸਮਰੱਥਾ ਗਈ 5। ਦੇਖੋ ਕਿਉਂਕਿ ਦੋਵਾਂ ਨੇ ਮਿਲ ਕੇ ਕੀਤਾ ਤਾਂ ਕਰਕੇ ਆਪਾਂ ਨੂੰ 5 ਲਾ ਰਹੇ ਆ। ਕੈਨਸਲ ਕਰਾਂਗੇ 5 ਤੇ 15, 3 ਦੀ ਗੁਣਾ ਕਰਾਂਗੇ ਤਾਂ ਕਿੰਨਾ ਆ ਗਿਆ 6। ਆਨਸਰ ਕਿੰਨਾ ਬੱਚੇ ਇਹਦੇ ਵਿੱਚ ਆਪਣਾ 6 ਵਾਲਾ ਆਨਸਰ ਆਊਗਾ, ਜਿਹੜਾ ਕਿ ਆਪਣਾ A ਵਾਲਾ ਆਨਸਰ ਜਿਹੜਾ ਉਹ ਬੱਚੇ ਇਹਦੇ ਵਿੱਚ A ਵਾਲਾ। ਇਹਨੂੰ ਆਪਾਂ ਇਸ ਤਰ੍ਹਾਂ ਕਰਾਂਗੇ। ਠੀਕ ਆ, ਇਹ 41 ਨੰਬਰ ਸਵਾਲ ਸੀ ਆਪਣਾ A। ਦੇਖੋ ਆ ਸਵਾਲ ਦੇ ਵਿੱਚ ਕੀ ਕਹਿੰਦੇ, ਏਜ ਦਾ ਸਵਾਲ ਆ ਕਿ ਨਾ 1 ਸਾਲ ਪਹਿਲਾਂ 1 ਈਅਰ 1 ਸਾਲ ਪਹਿਲਾਂ ਮਦਰ ਦੀ ਜਿਹੜੀ ਏਜ ਸੀ 7 ਟਾਈਮ ਸੀ ਕਿਹਦੀ ਨਾਲੋਂ,
ਹਰ ਡਾਕਟਰ ਆਪਦੀ ਪੁੱਤਰੀ ਦੇ ਨਾਲੋਂ ਮਾਤਾ ਦੀ ਉਮਰ ਕਿੰਨੀ ਸੀ 7 ਗੁਣਾ ਸੀ 1 ਸਾਲ ਪਹਿਲਾਂ। ਠੀਕ ਆ। ਉਸ ਤੋਂ ਬਾਅਦ ਕੀ ਕਹਿੰਦੇ ਆ, ਕਹਿੰਦੇ ਜੇ ਪ੍ਰੈਜ਼ੈਂਟਲੀ ਅੱਜ ਦੇ ਟਾਈਮ ਦੀ ਵਿੱਚੋਂ ਗੱਲ ਕਰਾਂ, ਅੱਜ ਦੇ ਟਾਈਮ ਦੇ ਵਿੱਚ ਕੀ ਹੈ ਜਿਹੜੀ ਮਦਰ ਦੀ ਉਮਰ ਆ, ਮਾਤਾ ਦੀ ਜਿਹੜੀ ਉਮਰ ਆ ਉਹ ਆਪਣੀ ਪੁੱਤਰੀ ਦੀ ਉਮਰ ਦੇ ਨਾਲੋਂ ਕੀ ਉਹਦੀ ਸਕੇਅਰ ਆ। ਸਕੇਅਰ ਮਤਲਬ ਕੀ ਹੁੰਦਾ, ਜੇ ਪੁੱਤਰੀ ਦੀ ਉਮਰ 4 ਹੈ ਤਾਂ ਮਾਤਾ ਦੀ ਕਿੰਨੀ ਹੋਊਗੀ 16। ਜੇ ਪੁੱਤਰੀ ਦੀ ਉਮਰ ਕਿੰਨੀ ਆ 5 ਹੈ, ਪੁੱਤਰੀ ਦੀ ਉਮਰ ਵਿੱਚੋਂ ਕਿੰਨੀ ਆ 5, ਤਾਂ ਮਾਤਾ ਦੀ ਕਿੰਨੀ ਹੋਊ 25। ਇਹਦਾ ਮਤਲਬ ਹੁੰਦਾ ਸਕੇਅਰ ਇਸ ਤਰ੍ਹਾਂ ਦੀ ਉਮਰ ਦਿੱਤੀ ਹੋਈ ਆ। ਤਾਂ ਉਹਨਾਂ ਨੇ ਪੁੱਛਿਆਗਾ ਕਿ ਕੀ ਪੁੱਛਿਆਗਾ, ਫਾਈਂਡ ਦਾ ਪ੍ਰੈਜ਼ੈਂਟ। ਪ੍ਰੈਜ਼ੈਂਟ ਮਤਲਬ ਅੱਜ ਦੇ ਟਾਈਮ ਕਿਹਦੀ ਉਮਰ ਦੀ ਗੱਲ ਕੀਤੀ ਹੈ, ਪ੍ਰੈਜ਼ੈਂਟ ਉਮਰ ਡਾਕਟਰ ਦੀ ਪੁੱਤਰੀ ਦੀ ਪ੍ਰੈਜ਼ੈਂਟ ਉਮਰ ਕਿੰਨੀ ਆ। ਇਹਨੂੰ ਦੇਖੋ ਬੱਚੇ ਆਪਾਂ ਬਣਾ ਸਕਦੇ ਹਾਂ ਸਵਾਲ, ਪਰ ਇਹਨੂੰ ਆਪਾਂ ਆਨਸਰ ਤੋਂ ਬੜਾ ਜਲਦੀ ਸੋਲਵ ਕਰ ਸਕਦੇ ਹਾਂ। ਆਪਾਂ ਨੂੰ ਪੇਪਰ ਦੇ ਵਿੱਚ ਵੀ ਆਨਸਰ ਇਸ ਤਰ੍ਹਾਂ ਦੇਖਣ ਨੂੰ ਮਿਲੀ ਸੀ। ਹੁਣ ਦੇ ਆਪਾਂ ਗੱਲ ਕਰਦੇ ਹਾਂ ਕਿ ਦੇਖੋ ਕਿਹਦੀ ਗੱਲ ਕੀਤੀ ਆ, ਡਾਕਟਰ ਦੀ, ਮਤਲਬ ਪੁੱਤਰੀ ਦੀ ਉਮਰ ਦੀ ਗੱਲ ਕੀਤੀ ਆ। ਪੁੱਤਰੀ ਦੀ ਉਮਰ ਦਾ ਸਕੇਅਰ ਆ, ਕਿਹਦੀ ਉਮਰ ਆ, ਮਾਤਾ ਦੀ ਉਮਰ ਆ। ਇਹਦਾ ਮਤਲਬ ਪੁੱਤਰੀ ਦੀ ਉਮਰ ਹੈ ਜਿਹੜੀ ਸਕੇਅਰ ਤਾਂ ਹੋਣੀ ਤਾਂ ਮਾਤਾ ਦੀ ਉਮਰ ਆ। ਤਾਂ ਆਹ ਸਕੇਅਰ ਆਪਾਂ ਛੱਡ ਦਿੰਦੇ ਆ, ਆਹ ਸਕੇਅਰ ਵੀ ਆਪਾਂ ਛੱਡ ਦਿੰਦੇ ਆ, ਆਹ ਸਕੇਅਰ ਵੀ ਇੱਕ ਵਾਰ ਛੱਡ ਦਿੰਦੇ ਆ, ਆਪਾਂ 6 ਲੈ ਲੈਂਦੇ ਆ। ਆਪਾਂ ਕਹਿ ਦਈਏ ਕਿ ਜੇ ਪ੍ਰੈਜ਼ੈਂਟ ਦੇ ਵਿੱਚ ਪੁੱਤਰੀ ਦੀ ਉਮਰ 6 ਸਾਲ ਹੈ ਤਾਂ ਮਾਤਾ ਦੀ ਕਿੰਨੀ ਉਮਰ 36 ਸਾਲ, ਕਿਉਂਕਿ ਉਹਦੀ ਸਕੇਅਰ ਹੈ। ਠੀਕ ਆ। ਪ੍ਰੈਜ਼ੈਂਟ ਦੇ ਵਿੱਚ ਜੇ ਉਹਦੀ ਡਾਕਟਰ ਦੀ ਉਮਰ ਕਿੰਨੀ ਹੈ 6 ਸਾਲ ਆ ਤਾਂ ਉਹਦੀ ਮਾਤਾ ਦੀ ਉਮਰ ਕਿੰਨੀ ਹੋਊਗੀ 36 ਸਾਲ, ਕਿਉਂਕਿ ਉਹਦਾ ਸਕੇਅਰ ਹੋ। 1 ਸਾਲ ਪਿੱਛੇ ਚਲਾ ਜਾਵਾਂ ਤਾਂ ਇੱਥੇ ਕਿੰਨਾ ਰਹਿ ਜਾਊਗਾ 35। ਬੱਚੇ 1 ਸਾਲ ਪਿੱਛੇ ਚਲੇ ਗਏ 35। 1 ਸਾਲ ਪਿੱਛੇ ਚਲਾ ਜਾਊਗਾ ਕਿੰਨਾ ਆ ਗਿਆ 5। ਦੇਖੋ ਇੱਥੇ ਸਕੇਅਰ ਬਣਨਾ ਚਾਹੀਦਾ ਸੀ, ਇਹ ਵੀ ਆਪਣਾ ਸਹੀ ਆ। ਇੱਥੇ ਕਿੰਨਾ ਦੇਖੋ 5, 5 7 35, 7 ਗੁਣਾ ਬਣ ਗਿਆ, ਇੱਥੇ 7 ਗੁਣਾ ਵੀ ਬਣ ਗਿਆ। ਆਹੀ ਆਪਣੀ ਕੰਡੀਸ਼ਨ ਫੋਲੋ ਕਰਨੀ ਸੀ। ਇਹ ਕਹਿੰਦੇ 1 ਸਾਲ ਪਿੱਛੇ ਚਲਾ ਜਾਵਾਂਗੇ ਤਾਂ 7 ਗੁਣਾ ਚੱਲੂਗੀ। ਜੇ ਅੱਜ ਦੇ ਟਾਈਮ ਦੀ ਗੱਲ ਕਰਾਂ, ਅੱਜ ਦਾ ਕੀ ਆ, ਜਿਹੜੀ ਮਾਤਾ ਦੀ ਉਮਰ ਆ ਪੁੱਤਰੀ ਦੀ ਉਮਰ ਦਾ ਕੀ ਆ ਸਕੇਅਰ ਆ। ਤਾਂ ਇਹ ਆਪਣਾ ਆਨਸਰ ਆਊਗਾ 6 ਵਾਲਾ। ਇਹਦੇ ਵਿੱਚ ਬੱਚੋ ਆਨਸਰ ਆਊਗਾ ਆ ਆਪਣਾ 6 ਵਾਲਾ ਆਨਸਰ। ਆਨਸਰ ਕਿਹੜਾ ਬੱਚੋ 6 ਵਾਲਾ। ਇਹਨੂੰ ਆਪਾਂ ਆਨਸਰ ਤੋਂ ਬਿਲਕੁਲ ਸਹੀ ਬਣਾ ਸਕਦੇ ਹਾਂ, ਬਿਲਕੁਲ ਸੌਖਾ ਹੀ ਕੁਐਸਚਨ ਸੀ ਆਪਣਾ। ਅਗਲਾ ਦੇਖਦੇ ਹਾਂ ਬੱਚੋ ਆਪਾਂ। ਹਾਂਜੀ ਬੱਚੋ ਆਪਣਾ 43 ਨੰਬਰ ਕੁਐਸਚਨ ਹੈ। ਇਹਦੇ ਵਿੱਚ ਕੀ ਕਿਹਾ ਹੋਏਗਾ, ਆਪਣੇ ਕੋਲ ਕਿ ਹਿੰਨ ਨੇ, ਮੁਰਗੀਆਂ ਨੇ ਤੇ ਦੂਸਰੇ ਕਹਿੰਦੇ ਸ਼ਿਪ ਨੇ, ਆਪਣੇ ਕੋਲ ਭੇਡਾਂ ਨੇ। ਭੇਡਾਂ ਤੇ ਮੁਰਗੀਆਂ ਦੇ ਜਿਹੜੇ ਆਪਣੇ ਕੋਲ ਹੈਡ ਮਤਲਬ ਸਿਰਾਂ ਦੀ ਗਿਣਤੀ ਦਿੱਤੀ ਹੋਈ ਹੈ ਬੱਚੋ 35। ਸਿਰਾਂ ਦੀ ਗਿਣਤੀ ਕਿੰਨੀ ਦਿੱਤੀ ਹੋਈ ਆ 35। ਠੀਕ ਆ। ਉਸ ਤੋਂ ਬਾਅਦ ਇਹਨਾਂ ਨੇ ਕੀ ਗੱਲ ਕੀਤੀ ਹੋਈ ਆਪਣੇ ਕੋਲੇ ਕਿ ਜਿਹੜੀਆਂ ਉਹਨਾਂ ਦੇ ਲੱਤਾਂ ਜਦੋਂ ਆਪਾਂ ਗਿਣਦੇ ਆ ਬੱਚੋ, ਲੱਤਾਂ ਕਿੰਨੀਆਂ ਹੁੰਦੀਆਂ ਆਪਣੇ ਕੋਲੇ 120। ਲੱਤਾਂ ਕਿੰਨੀਆਂ ਹੁੰਦੀਆਂ ਬੱਚੋ ਆਪਣੇ ਕੋਲੇ 120। ਤਾਂ ਆਪਾਂ ਨੂੰ ਪੁੱਛਿਆ ਕਿ ਜਿਹੜੀ ਆਪਣੇ ਕੋਲੇ ਭੇਡਾਂ ਨੇ ਉਹਨਾਂ ਦੀ ਗਿਣਤੀ ਕਿੰਨੀ ਆ। ਤੁਸੀਂ ਕੀ ਕਰਨਾ, ਦੇਖੋ ਲੱਤਾਂ ਕਿੰਨੀਆਂ ਹੁੰਦੀਆਂ ਬੱਚੇ 120, ਆਪਾਂ ਵਿਚਾਲੇ ਲਿਖ ਲਾਂਗੇ 120। ਉਸ ਤੋਂ ਬਾਅਦ ਦੇਖੋ ਸਿਰ ਕਿੰਨੇ ਨੇ 35। ਜੇ 35 ਸਿਰ ਨੇ, ਸਾਰੇ ਨੇ 4-4 ਲੱਤਾਂ ਵਾਲੇ ਜੀਵ ਹੁੰਦੇ ਤਾਂ ਕਿੰਨੇ ਹੋਣੇ ਸੀ ਬੱਚੋ 140। ਤਾਂ ਕਿੰਨੇ ਹੋਣੇ ਸੀ ਆਪਣੇ ਕੋਲੇ 140। ਠੀਕ ਹੈ। ਜੇ ਆਪਣੇ ਕੋਲੇ ਸਾਰੇ ਜੀਵ 2-2 ਲੱਤਾਂ ਵਾਲੇ ਹੁੰਦੇ ਬੱਚੋ, ਕਿੰਨੇ ਲੱਤਾਂ ਵਾਲੇ ਹੁੰਦੇ 2-2 ਵਾਲੇ, ਤਾਂ ਕਿੰਨੇ ਹੋਣੇ ਸੀ ਆਪਣੇ ਕੋਲੇ 70। ਆਪਣੇ ਕੋਲ ਕਿੰਨੇ ਹੋਣੇ ਸੀ 70। ਠੀਕ ਆ। ਦੇਖੋ ਟੋਟਲ ਬੱਚੋ ਆਪਣੇ ਕੋਲ 35 ਸਿਰ ਨੇ। ਜੇ ਆਪਾਂ ਕਹੀਏ ਵੀ ਸਾਰੇ ਜੀਵ ਆਪਣੇ ਕੋਲ 4-4 ਲੱਤਾਂ ਨੇ ਤਾਂ ਕਿੰਨੇ ਹੋਣੇ ਸੀ, 35 ਨੂੰ 4 ਨਾਲ ਗੁਣਾ ਕਰਦੇ ਤਾਂ 140। ਜੇ ਆਪਾਂ ਕਹੀਏ ਕਿ ਸਾਰੇ ਜੀਵ 2-2 ਲੱਤਾਂ ਵਾਲੇ ਨੇ ਤਾਂ 35 ਸਿਰ ਨੇ ਤਾਂ ਆਪਣੇ ਕੋਲ ਕਿੰਨੇ ਹੋਣੇ ਸੀ 70। ਤਾਂ ਪਰ ਆਪਣੇ ਕੋਲ ਕਿੰਨੀਆਂ ਨੇ 120। ਇਹਨਾਂ ਦੇ ਵਿੱਚ ਫਰਕ ਕਿੰਨੇ ਦਾ ਬੱਚੋ 20 ਦਾ। ਇਹਨਾਂ ਦੇ ਵਿੱਚ ਫਰਕ ਬੱਚੋ ਕਿੰਨੇ ਦਾ 50 ਦਾ। ਠੀਕ ਆ। ਇਹਨੂੰ ਕੱਟਦੇ ਆਪਾਂ ਤਾਂ ਆਪਣੇ ਕੋਲ ਕਿੰਨਾ ਆ ਗਿਆ 5:2। ਬੱਚੋ ਕਿੰਨਾ ਆ ਗਿਆ 5:2। ਇਹਦਾ ਮਤਲਬ ਜਿਹੜੇ ਆਪਣੇ ਕੋਲੇ ਟੋਟਲ 35 ਨੇ ਸਿਰ, ਉਹ ਕਿਸ ਰੇਸ਼ੋ ਦੇ ਵਿੱਚ ਵੰਡੇ ਹੋਣਗੇ 5:2 ਦੇ ਵਿੱਚ। ਇੱਕ ਸਾਈਡ ਆਪਣੇ ਕੋਲੇ 5 ਰੇਸ਼ੋ ਹੋਣਗਾ, 5 ਹਿੱਸੇ ਹੋਣ, ਇੱਕ ਸਾਈਡ ਆਪਣੇ ਕੋਲ 2 ਹਿੱਸੇ ਹੋਣਗੇ। ਹੁਣ ਆਪਾਂ ਗੱਲ ਕਰਦੇ ਹਾਂ, ਦੇਖੋ ਇਧਰਲੀ ਸਾਈਡ ਕਰੀਏ ਗੱਲ ਆਪਾਂ। ਇੱਧਰ ਆਪਾਂ ਦੇਖੋ 4 ਲੱਤਾਂ ਵਾਲੇ ਲਿੱਤੇ ਆ ਤਾਂ ਗਾਵਾਂ ਕਿੰਨੇ ਹੋਣਗੇ 5 ਹਿੱਸੇ ਤੇ 2 ਆਪਣੇ ਕੋਲ 4 ਲੱਤਾਂ ਵਾਲੇ ਲਿੱਤੇ ਆ ਤਾਂ 4 ਲੱਤਾਂ ਵਾਲੇ ਆਪਾਂ ਗੱਲ ਕਰੀਏ ਤਾਂ ਕਿੰਨੇ ਹੋਣਗੇ ਆਪਣੇ ਕੋਲੇ 5 ਹਿੱਸੇ। ਤੇ ਆਪਾਂ 2 ਲੱਤਾਂ ਵਾਲੇ ਦੀ ਗੱਲ ਕਰੀਏ ਤਾਂ 2 ਲੱਤਾਂ ਵਾਲੇ ਕੋਲ ਕਿੰਨੇ ਹੋਣਗੇ ਬੱਚੇ 2 ਹਿੱਸੇ। ਤਾਂ 2 ਲੱਤਾਂ ਵਾਲੇ ਦੇ ਕਿੰਨੇ ਕੋਲ ਹੋਣਗੇ 2 ਹਿੱਸੇ। ਤਾਂ ਇਹਨਾਂ ਕੋਲ ਕਿੰਨੇ ਹੋਣਗੇ 2 ਹਿੱਸੇ। ਤਾਂ ਟੋਟਲ ਦੇਖੋ 5 ਤੇ 2 ਕਿੰਨਾ ਬਣ ਗਿਆ ਬੱਚੋ 7 ਹਿੱਸੇ। ਆਪਣੇ ਕੋਲ ਕਿੰਨੇ ਨੇ 7 ਹਿੱਸੇ। 7 ਹਿੱਸੇ ਕਿਹਦੇ ਬਰਾਬਰ ਨੇ 35 ਸਿਰਾਂ ਦੇ ਬਰਾਬਰ। ਇੱਕ ਹਿੱਸਾ ਕਿਹਦੇ ਬਰਾਬਰ ਹੋ ਬੱਚੋ 7 5 35। ਇੱਕ ਹਿੱਸਾ ਕਿਹਦੇ ਬਰਾਬਰ ਆ ਗਿਆ 5 ਦੇ ਬਰਾਬਰ। ਇੱਕ ਹਿੱਸਾ ਕਿਹਦੇ ਬਰਾਬਰ ਆ ਗਿਆ ਬੱਚੋ 5 ਦੇ ਬਰਾਬਰ। ਹੁਣ ਆਪਾਂ ਕਿੰਨਾਂ ਦੀ ਗਿਣਤੀ ਦੇਖਣੀ, ਆਪਾਂ ਭੇਡਾਂ ਦੀ ਗਿਣਤੀ ਦੇਖਣੀ ਹੈ ਬੱਚੋ। ਭੇਡਾਂ ਦੀ ਕਿੰਨੇ ਹੁੰਦੇ 4 ਲੱਤਾਂ। ਤਾਂ ਆਪਣੇ ਕੋਲ 4 ਲੱਤਾਂ ਵਾਲੇ ਜੀਵ ਦੇਖੋ ਆ ਗਏ ਕਿੰਨੇ ਹਿੱਸੇ 5 ਗੁਣਾ ਆਪਾਂ ਕਰਾਂਗੇ 5 5 ਕਿੰਨਾ ਆ ਗਿਆ ਬੱਚੋ 25। ਤਾਂ ਆਪਣਾ ਆਨਸਰ ਕਿੰਨਾ ਹੋਊਗਾ 5 5 ਕਿੰਨਾ ਆ ਗਿਆ ਬੱਚੋ 25। ਆਪਣਾ A ਵਾਲਾ ਇਹਦੇ ਵਿੱਚ ਆਨਸਰ ਹੋਊਗਾ। ਕਿਹੜਾ ਆਨਸਰ ਹੋਊਗਾ ਬੱਚੋ A ਵਾਲਾ। ਅੱਗੇ ਦੇਖਦੇ ਆਪਾਂ। ਹਾਂਜੀ ਬੱਚੋ ਆਪਣਾ 44 ਨੰਬਰ ਸਵਾਲ ਦੇ ਵਿੱਚ ਦੇਖੋ ਕੀ ਕਹਿੰਦੇ ਆ ਕਿ ਨਾ ਜਿਹੜਾ ਸ਼ਾਮ ਹੈ ਉਹ ਡੇਲੀ ਕਿੰਨਾ ਟਾਈਮ ਪੜ੍ਹਦਾ 4.5 ਘੰਟੇ। ਡੇਲੀ ਕਿੰਨਾ ਰੋਜ਼ ਕਿੰਨਾ ਟਾਈਮ ਪੜ੍ਹਾਈ ਕਰਦਾ ਹੈਗਾ 4.5 ਘੰਟੇ। ਕਿੰਨਾ ਟਾਈਮ ਕਰਦਾ ਬੱਚੋ 4.5 ਘੰਟੇ। ਠੀਕ ਆ। ਉਹਦੇ ਵਿੱਚੋਂ ਕੀ ਕਹਿੰਦੇ ਨੇ ਕਿ ਉਹ 1/5 ਟਾਈਮ ਕਿਤੇ ਲਾਉਂਦਾ ਇਕੱਲਾ ਮੈਥ ਪੜ੍ਹਨ ਤੇ।
1/5 टाइम किते लाउंदा बच्चों कल्ला मैथ पढ़न ते। तां पुछदे जेहड़ा बाकी किन्ना टाइम आ जेहड़ा बाकी पढ़ाई नूं दिंदा गा। देखो टोटल टाइम किन्ना लाउंदा बच्चों 4.5 घंटे, ਉਹਦੇ ਵਿੱਚੋਂ 1/5 ਕਿਹੜੇ ਟਾਈਮ ਲਾਉਂਦਾ ਮੈਥ ਤੇ, ਜਿਹੜਾ ਬਾਕੀ ਬਚ ਗਿਆ ਉਹ ਸਾਰਾ ਟਾਈਮ ਉਹ ਦੂਜੇ ਸਬਜੈਕਟਾਂ ਨੂੰ ਦਿੰਦਾ ਹੋਊਗਾ। ਤਾਂ ਆਪਾਂ ਕੀ ਕਰਾਂਗੇ ਮੈਥਸ ਕਰਾਂਗੇ 1/4 ਮੈਥਸ 1/5 ਠੀਕ ਹੈ। ਇਹਦੇ ਵਿੱਚੋਂ ਆ 1 ਨੂੰ ਸਿੱਧਾ ਮੈਥਸ ਕਰ ਲਓ 3 ਕਿੰਨਾ 1/2 ਮੈਥਸ ਕਿੰਨਾ ਗਿਆ 1/5 ਕਿੰਨਾ ਬੱਚੇ ਆਪਣੇ ਕੋਲ 1/5 ਤਾਂ 1/5 ਦੇਖੋ ਆਪਣੇ ਕੋਲ ਕਿੰਨਾ ਹੋਊਗਾ ਐਲਸੀਐਮ ਲੈਣੇ ਐਲਸੀਐਮ ਬੱਚੋ ਕਿੰਨਾ ਆ ਗਿਆ 10 ਐਲਸੀਐਮ ਕਿੰਨਾ ਆ ਗਿਆ 10 ਇੱਥੇ ਕਿੰਨਾ ਆ ਗਿਆ 5 ਇੱਥੇ ਕਿੰਨਾ ਆ ਗਿਆ ਬੱਚੋ ਆਪਣੇ ਕੋਲੇ 2 ਤੈਨੂੰ ਘਟਾਵਾਂਗੇ ਤਾਂ 3 ਆਪਣੇ ਕੋਲ ਕਿੰਨਾ ਆ ਗਿਆ 3/10 ਆਨਸਰ ਕਿੰਨਾ ਹੋਊ ਬੱਚੋ 3/10 ਆਪਣਾ B ਵਾਲਾ ਇਹਦੇ ਵਿੱਚ ਬੱਚੋ ਆਨਸਰ ਹੋਊਗਾ। ਆਨਸਰ ਕਿਹੜਾ ਹੋਊ ਬੱਚੋ ਇਹਦੇ ਵਿੱਚ ਆਪਣਾ B ਵਾਲਾ। ਇਹਨੂੰ ਆਪਾਂ ਇਸ ਤਰ੍ਹਾਂ ਕਰਾਂਗੇ। ਉਸ ਤੋਂ ਅੱਗੇ ਦੇਖਦੇ ਆਪਾਂ ਨੂੰ ਕੀ ਹੋਏਗਾ ਐਵਰੇਜ ਦਾ ਸਵਾਲ ਹੈ ਜੀ। ਇਹਦੇ ਵਿੱਚ ਆਪਾਂ ਨੂੰ ਐਵਰੇਜ ਸਕੋਰ ਦਿੱਤਾ ਹੋਇਆ ਕਿਹਦਾ ਸ਼ਿਵਾਨੀ ਦਾ ਕਿੰਨਾ ਦਿੱਤਾ ਹੋਏਗਾ 6 ਸਬਜੈਕਟਾਂ ਦਾ ਕਿੰਨਾ 55। ਜੇ ਸ਼ਿਵਾਨੀ ਨੇ 6 ਸਬਜੈਕਟਾਂ ਦਾ ਪੇਪਰ ਦਿੱਤਾ ਜੀ ਉਹਦੀ ਐਵਰੇਜ ਕਿੰਨੀ ਹੈ 55। ਐਵਰੇਜ ਤੋਂ ਬੱਚੋ ਕੀ ਮਤਲਬ ਹੁੰਦਾ ਵੀ ਹਰੇਕ ਕਿੰਨੇ ਨੰਬਰ ਨੇ ਹਰੇਕ ਕੋਲੇ 55 ਨੰਬਰ ਨੇ। ਉਸ ਤੋਂ ਬਾਅਦ ਕੀ ਕਹਿੰਦੇ ਲੈਟਰ ਉਹਨੇ ਜਦੋਂ ਬਾਅਦ ਦੇ ਵਿੱਚ ਦੇਖਿਆ ਤਾਂ ਉਹਨੂੰ ਕੀ ਪਤਾ ਲੱਗਿਆ ਕਿ ਉਹਨੇ ਇੱਕ ਜਿਹੜਾ ਸਬਜੈਕਟ ਸੀ ਉਹਦੇ ਨੰਬਰ ਗਲਤ ਜੋੜ ਲਏ। ਕਿਵੇਂ ਗਲਤ ਜੋੜ ਲਏ ਉਹਨੇ ਕੀ ਕੀਤਾ ਦੇਖੋ ਬੱਚਿਓ ਜੋੜਨੇ ਦੇ ਕਾ ਲਿਖਿਆ 5 ਸਬਜੈਕਟਾਂ ਵਿੱਚ ਸ਼ਿਵਾਨੀ ਦੀ ਔਸਤ ਕਿੰਨੀ ਹੈ 55। ਬਾਅਦ ਵਿੱਚ ਉਸਨੇ ਦੇਖਿਆ ਕਿ ਉਸਨੇ ਇੱਕ ਸਬਜੈਕਟ ਵਿੱਚ ਗਲਤੀ ਨਾਲ 53 ਨੂੰ ਕਿੰਨਾ ਕਹਿਤਾ 53 ਨੂੰ ਉਹਨੇ 41 ਕਹਿਤਾ ਬੱਚੋ। ਜੋੜਨਾ ਕਿੰਨਾ ਸੀ 53 ਜੋੜ ਕਿੰਨਾ ਦਿੱਤਾ ਬੱਚੋ 41 ਠੀਕ ਹੈ। ਜੋੜਨਾ ਕਿੰਨਾ ਸੀ 53 ਔਰ ਜੋੜ ਕਿੰਨਾ ਦਿੱਤਾ 41। ਦੇਖੋ ਇਹਨਾਂ ਦੇ ਵਿੱਚ ਬੱਚੋ ਕਿੰਨੇ ਦਾ ਫਰਕ ਹੈ 12 ਨੰਬਰ ਦਾ। ਤਾਂ ਉਹਦੇ ਕੁੱਲ ਦੇ ਵਿੱਚੋਂ ਕਿੰਨੇ ਦਾ ਫਰਕ ਪੈ ਗਿਆ ਜਿਹੜੇ ਦੇ ਕੁੱਲ ਨੰਬਰ ਬਣਨੇ ਸੀ ਉਹਦੇ ਵਿੱਚ 12 ਨੰਬਰਾਂ ਦਾ ਫਰਕ ਪੈ ਗਿਆ। ਹੁਣ ਜਿਹੜੇ 12 ਨੰਬਰਾਂ ਦਾ ਫਰਕ ਹੈ ਜੇ ਆਪਾਂ ਔਸਤ ਦੀ ਗੱਲ ਕਰੀਏ ਤਾਂ ਟੋਟਲ ਕਿੰਨੇ ਸਬਜੈਕਟ ਸੀ 6। ਹਰੇਕ ਦੇ ਵਿੱਚੋਂ ਕਿੰਨੇ ਘਟ ਜਾਣਗੇ ਬੱਚੋ 2 ਘਟ ਜਾਣਗੇ। ਹਰੇਕ ਦੇ ਵਿੱਚੋਂ ਕਿੰਨੇ ਘਟ ਜਾਣਗੇ ਬੱਚੋ 2 ਘਟ ਜਾਣਗੇ। ਜੇ 2 ਘਟ ਜਾਣਗੇ ਪਹਿਲਾਂ 55 ਸੀ ਇਹ ਚੋਂ 2 ਘਟਾ ਦਾਂਗੇ ਤਾਂ ਕਿੰਨਾ ਰਹਿ ਜੂ ਬੱਚੋ 53। ਤਾਂ ਕਿੰਨਾ ਰਹਿ ਜੂ ਆਨਸਰ ਆਪਣੇ ਕੋਲ A ਵਾਲਾ ਆਨਸਰ ਹੋਊਗਾ। ਆਨਸਰ ਕਿੰਨਾ ਹੋਊਗਾ ਬੱਚੋ A ਵਾਲਾ। ਆਪਣਾ ਆਨਸਰ ਕਿੰਨਾ ਹੋਊਗਾ 53। ਇਹਨੂੰ ਆਪਾਂ ਇਸ ਤਰ੍ਹਾਂ ਕਰਾਂਗੇ ਕਿਉਂਕਿ ਦੇਖੋ ਟੋਟਲ ਦੇ ਵਿੱਚੋਂ ਕਿੰਨੇ ਘਟ ਗਏ 12 ਟੋਟਲ ਦੇ ਵਿੱਚੋਂ 12 ਘਟ ਗਏ ਸਬਜੈਕਟ ਕਿੰਨੇ ਆ 6 ਤਾਂ ਹਰੇਕ ਨੂੰ ਕਿੰਨੇ ਘਟਾਉਣੇ ਪੈਣਗੇ 2 ਘਟਾਉਣੇ ਪੈਣਗੇ। ਜੇ 2 ਘਟਾਵਾਂਗੇ ਤਾਂ ਦੀ ਔਸਤ ਕਿੰਨੀ ਹੈ 2 ਘਟ ਜੂ। ਜੇ ਔਸਤ ਪਹਿਲਾਂ ਉਹਦੇ ਕੋਲ 55 ਸੀ ਹੁਣ ਕਿੰਨੀ ਰਹਿ ਜੂਗੀ 53। ਇਹਨੂੰ ਆਪਾਂ ਐਵੇਂ ਕਰਾਂਗੇ। ਅਗਲਾ ਦੇਖਦੇ ਹਾਂ ਬੱਚੋ ਆਪਣੇ ਕੋਲੇ 46 ਨੰਬਰ ਹੈ। ਇਹਦੇ ਵਿੱਚ ਕੀ ਕਿਹਾ ਤਾਂ ਆਪਣੇ ਕੋਲੇ ਕਿ 2 ਡਿਜਿਟਾਂ ਦਾ ਨੰਬਰ ਆ ਕੋਈ ਵੀ ਜਿਵੇਂ ਆਪਣੇ ਕੋਲੇ ਆਪਾਂ ਕਹਿ ਦਈਏ ਜਿਵੇਂ ਨੰਬਰ ਦਿੱਤੇ 26 62 71 53 ਇਹ 2 ਡਿਜਿਟਾਂ ਦੇ ਨੰਬਰ ਨੇ। ਤਾਂ ਦੇਖੋ ਜਿਵੇਂ ਇੱਕ ਨੰਬਰ ਆਪਣੇ ਕੋਲ x ਆ ਤੇ ਦੂਜਾ y ਆ ਇਸ ਤਰ੍ਹਾਂ ਨੰਬਰ ਆ। ਜੇ ਉਹਨਾਂ ਨੂੰ ਆਪਾਂ ਉਲਟਾ ਕੇ ਲਿਖਦੇ ਆ yx ਲਿਖਦੇ ਆ ਤਾਂ ਕਿੰਨੇ ਦਾ ਫਰਕ ਆ ਦੇਖੋ ਉਹਨਾਂ ਦਾ ਦੋਵਾਂ ਦਾ ਜੋੜ 8 ਬਣਨਾ ਚਾਹੀਦਾ ਗਾ। ਦੇਖੋ ਇਹਦੇ ਵਿੱਚ 6 ਤੇ 2 8 ਇਹ ਵੀ ਸਹੀ ਆ 6 ਤੇ 2 8 ਇਹ ਵੀ ਸਹੀ ਆ। ਉਸ ਤੋਂ ਬਾਅਦ 7 ਤੇ 1 8 ਵੀ ਸਹੀ ਆ 5 ਤੇ 3 8 ਇਹ ਵੀ ਸਹੀ ਆ ਕਿਉਂਕਿ ਜੋੜ 8 ਬਣਦਾ। ਪਰ ਉਹਨਾਂ ਦਾ ਜਦੋਂ ਆਪਾਂ ਉਲਟਾ ਕੇ ਲਿਖਦੇ ਆ ਬੱਚੋ ਜਿਹੜਾ ਡਿਫਰੈਂਸ ਆ ਅੰਤਰ ਹੈ ਅੰਤਰ ਕਿੰਨੇ ਦਾ ਬਣਨਾ ਚਾਹੀਦਾ ਆਪਣੇ ਕੋਲੇ ਬੱਚੋ ਜਿਹੜਾ ਅੰਤਰ ਹੈ ਉਹ ਕਿੰਨੇ ਦਾ ਬਣਨਾ ਚਾਹੀਦਾ ਆਪਣੇ ਕੋਲੇ 18 ਦਾ। ਅੰਤਰ ਕਿੰਨੇ ਦਾ ਆ ਰਿਹਾ 18 ਦਾ। ਹੁਣ ਦੇਖੋ ਮੈਂ ਲਿਖਾਂ ਜਿਵੇਂ ਆਪਣੇ ਕੋਲ 26 ਆ ਜੇ ਮੈਂ 62 ਬਣਾ ਕੇ ਲਿਖਾਂ ਤਾਂ ਦੇਖੋ ਇਹ ਅੰਤਰ 18 ਦਾ ਨਹੀਂ ਬਣਦਾ। 18 ਦਾ ਦੇਖੋ ਚੈੱਕ ਕਰਨਾਗਾ 62 ਦੇ ਵਿੱਚੋਂ ਦੇਖੋ ਆਪਾਂ 26 ਕੱਢਾਂਗੇ ਤੇ 18 ਦਾ ਅੰਤਰ ਨਹੀਂ ਬਣਦਾ। ਜੇ ਮੈਂ 71 ਆ ਦੇਖੋ 71 ਨੂੰ ਮੈਂ 71 ਲਿਖਤਾ ਜਾਂ ਮੈਂ 17 ਲਿਖੂੰਗਾ ਫਿਰ ਵੀ ਆਪਣੇ ਕੋਲ 18 ਦਾ ਅੰਤਰ ਬਣਦਾ ਨਹੀਂ। ਜੇ ਮੈਂ 53 ਦੀ ਗੱਲ ਕਰਾਂ ਠੀਕ ਆ 53 ਨੂੰ ਉਲਟਾ ਕੇ ਲਿਖੂੰਗਾ ਤਾਂ ਬੱਚੋ ਕੀ ਲਿਖੂੰਗਾ ਮੈਂ 35 ਅੰਤਰ ਕਿੰਨੇ ਦਾ ਬਣ ਗਿਆ 18 ਦਾ। ਤਾਂ ਬੱਚੋ ਆਪਣਾ ਆਨਸਰ ਕੀ ਆਊਗਾ D ਵਾਲਾ ਠੀਕ ਆ। ਦੋਵਾਂ ਦਾ ਜੋੜ 8 ਬਣਨਾ ਚਾਹੀਦਾ। ਦੋਵਾਂ ਦੇ ਵਿੱਚ ਜਦੋਂ ਮੈਂ ਉਲਟਾ ਕੇ ਲਿਖਦਾ ਪਹਿਲੇ ਅੱਖਰ ਨੂੰ ਮੂਹਰੇ ਲਿਖਦਾ ਮੂਹਰਲੇ ਅੱਖਰ ਨੂੰ ਪਿੱਛੇ ਲਿਖਦਾ ਤਾਂ ਅੰਤਰ ਕਿੰਨਾ ਬਣਨਾ ਚਾਹੀਦਾ 18 ਦਾ। ਤਾਂ ਆਪਣੇ ਕੋਲ ਬੱਚੋ D ਵਾਲਾ ਦੇ ਵਿੱਚ ਆਨਸਰ ਆਊਗਾ। ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਹਾਂ। ਦੇਖੋ ਇੱਕ ਆਦਮੀ ਕੀ ਕਰਦਾਗਾ ਆਪਣੇ ਕੋਲੇ 20 ਅੰਬ ਖਰੀਦਦਾਗਾ ਠੀਕ ਹੈ ਜੀ। ਜਿਹੜੇ 20 ਅੰਬ ਖਰੀਦਦਾਗਾ ਉਸ ਤੋਂ ਬਾਅਦ ਉਹਨੂੰ ਵੇਚ ਰਿਹਾਗਾ ਵੇਚਣ ਤੇ ਉਹਨੂੰ ਕੀ ਹੁੰਦਾ 25% ਲਾਸ ਹੁੰਦਾ। 25% ਵਿੱਚੋਂ ਕੀ ਹੁੰਦੀ ਆ ਹਾਨੀ ਹੁੰਦੀ ਆ। ਉਹਨੂੰ ਵੇਚਣ ਤੇ 25% ਹਾਨੀ ਹੁੰਦੀ ਆ। ਦੇਖੋ ਖਰੀਦੇ ਨੇ ਉਹਨੇ 20 ਅੰਬ ਠੀਕ ਆ। ਜੇਕਰ ਉਹਨੂੰ ਹਾਨੀ ਹੋਊਗੀ ਬੱਚੋ ਜਦੋਂ ਆਪਾਂ ਚੀਜ਼ ਵੇਚ ਰਹੇ ਆ ਆਪਾਂ ਨੂੰ ਹਾਨੀ ਹੋਊਗੀ ਤਾਂ ਆਪਾਂ ਜਿੰਨੇ ਖਰੀਦੇ ਸੀ ਉਦੋਂ ਵੱਧ ਵੇਚ ਦਾਂਗੇ ਤਾਂ ਹੀ ਆਪਾਂ ਨੂੰ ਹਾਨੀ ਹੋਊਗੀ। ਦੇਖੋ ਖਰੀਦੇ ਨੇ ਆਪਾਂ 20 1 ਰੁਪਏ ਦੇ ਵਿੱਚ ਕਿੰਨੇ ਖਰੀਦੇ ਬੱਚੋ 20 1 ਰੁਪਏ ਦੇ ਵਿੱਚ ਖਰੀਦੇ ਨੇ ਆਪਾਂ 20 ਠੀਕ ਆ। ਜੇ ਆਪਾਂ 1 ਰੁਪਏ ਦੇ ਵਿੱਚ 20 ਤੋਂ ਜ਼ਿਆਦਾ ਵੇਚਾਂਗੇ ਆਪਾਂ ਨੂੰ ਫੇਰ ਹੀ ਹਾਨੀ ਹੋਊਗੀ ਠੀਕ ਆ। ਤਾਂ ਆਪਾਂ ਨੂੰ ਕਿਵੇਂ ਕਰ ਸਕਦੇ ਦੇਖੋ ਜੇ ਆਪਾਂ ਪੂਰੇ ਮੁੱਲ ਤੇ ਵੇਚਦਾ 100% ਆਪਾਂ ਜਿੰਨਾ ਖਰੀਦ ਮੁੱਲ ਸੀ ਹੁਣ ਆਪਾਂ ਨੂੰ ਹਾਨੀ ਹੋ ਗਿਆ ਤਾਂ ਆਪਾਂ ਨੂੰ ਇਸ ਤਰ੍ਹਾਂ ਕਰਾਂਗੇ। ਦੇਖੋ ਆ ਲਿਖਾਂਗੇ ਬੱਚੇ ਆਪਾਂ 20 ਕਿੰਨੇ ਸੀ ਆਪਣੇ ਕੋਲੇ 20 25% ਆਪਾਂ ਲਿਖਾਂਗੇ 125 ਬਟਾ ਆਪਾਂ 100 ਲਿਖਾਂਗੇ
ਇਹਨੂੰ ਆਪਾਂ ਇਸ ਤਰ੍ਹਾਂ ਕਰ ਸਕਦੇ ਹਾਂ, ਠੀਕ ਹੈ। ਤਾਂ ਦੇਖੋ 5 ਨੂੰ ਕੈਂਸਲ ਕਰਾਂਗੇ 5 ਆ ਗਿਆ, 5 ਤੇ ਕੈਂਸਲ ਕਰਾਂਗੇ ਕਿੰਨਾ ਆ ਗਿਆ 4, ਠੀਕ ਆ। 4 ਨੂੰ ਕੈਂਸਲ ਕਰਾਂਗੇ ਤਾਂ ਕਿੰਨਾ ਆ ਗਿਆ 5। ਤਾਂ ਆਨਸਰ ਕਿੰਨਾ ਹੋਊਗਾ ਬੱਚਿਓ ਆਪਣਾ 25 ਆਨਸਰ ਹੋਊਗਾ। ਆਪਣਾ ਆਨਸਰ ਕਿੰਨਾ ਹੋਊਗਾ 25, ਠੀਕ ਆ। ਹੁਣ ਤੁਸੀਂ ਸਿਰਫ ਇਹਦੇ ਵਿੱਚ ਬੱਚਿਓ ਇੰਨਾ ਯਾਦ ਰੱਖਣਾਗਾ, ਜਦੋਂ ਆਪਾਂ ਨੂੰ ਹਾਨੀ ਹੋ ਰਹੀ ਹੈ ਤਾਂ ਮਤਲਬ ਆਪਾਂ ਚੀਜ਼ ਕੀ ਹੈ ਜਿੰਨੀ ਖਰੀਦੀ ਸੀ ਉਦੋਂ ਵੱਧ ਦੇ ਰਹੇ ਹਾਂ ਮੇਰੇ ਪੈਸੇ ਵਿੱਚ, ਫਿਰ ਹੀ ਆਪਾਂ ਨੂੰ ਹਾਨੀ ਹੋਊਗੀ। ਤਾਂ ਆਪਾਂ ਕਹਿ ਸਕਦੇ ਹਾਂ 20 ਗੁਣਾ 125 ਬਟਾ ਕਿੰਨਾ ਆ ਗਿਆ 100, ਠੀਕ ਹੈ। ਜਦੋਂ ਆਪਾਂ ਨੂੰ ਕੈਂਸਲ ਕਰਾਂਗੇ ਤਾਂ ਕਿੰਨਾ 25, ਤਾਂ 20 ਵਾਲਾ ਦੇ ਵਿੱਚ ਆਪਣਾ ਆਨਸਰ ਆਊਗਾ। ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਹਾਂ। ਦੇਖੋ ਕੀ ਕਹਿੰਦੇ ਕਿ ਨੇਹਾ ਨੇ 20 ਘੰਟੇ ਦੇਖੋ ਕੰਮ ਕੀਤਾਗਾ, 20 ਘੰਟੇ ਕੰਮ ਕੀਤਾ ਬੱਚਿਓ। ਜਿਹੜਾ 20 ਘੰਟੇ ਕੰਮ ਕੀਤਾ ਇੱਕ ਵੀਕ ਦੇ ਵਿੱਚ ਕੀਤਾ, ਇੱਕ ਹਫਤੇ ਦੇ ਵਿੱਚ ਕੀਤਾਗਾ। ਇੱਕ ਹਫਤੇ ਵਿੱਚ ਕਿੰਨਾ ਕੰਮ ਕੀਤਾਗਾ 20 ਘੰਟੇ ਕੀਤਾਗਾ। ਉਸ ਤੋਂ ਬਾਅਦ ਵਿੱਚ ਉਹਨਾਂ ਨੇ ਕਿਹਾਗਾ ਕਿ ਹੀ ਵਰਕ, ਉਹਨੇ ਕੀ ਕੀਤਾਗਾ ਕਿਵੇਂ ਕੀਤਾਗਾ ਦੇਖੋ, ਪਹਿਲੇ ਮੰਡੇ ਟਿਊਜ਼ਡੇ ਉਹਨੂੰ ਦਿਨ ਦਿੱਤੇ ਹੋਇਆ ਕਿ ਟੋਟਲ ਉਹਨੇ 20 ਘੰਟੇ ਕੰਮ ਕੀਤਾਗਾ, ਤੇ ਪਿਛਲੇ ਹਫਤੇ ਵਿੱਚ ਉਸਨੇ ਸੋਮਵਾਰ, ਪਹਿਲਾਂ ਸੋਮਵਾਰ ਨੂੰ ਕਿੰਨੇ, ਪਹਿਲਾਂ ਸੋਮਵਾਰ ਨੂੰ ਉਹਨੇ ਕੰਮ ਕੀਤਾਗਾ 13/2 ਘੰਟੇ। ਫਿਰ ਗੱਲ ਆ ਗਈ ਬੱਚੋ ਮੰਗਲਵਾਰ ਦੀ, ਮੰਗਲਵਾਰ ਨੂੰ ਉਹਨੇ ਕਿੰਨਾ ਕੰਮ ਕੀਤਾ 3 ਘੰਟੇ। ਫਿਰ ਗੱਲ ਆ ਗਈ ਬੁੱਧਵਾਰ ਦੀ ਵਿੱਚ, ਬੁੱਧਵਾਰ 'ਚ ਕਿੰਨਾ ਕੀਤਾ ਉਹਨੇ 15, ਠੀਕ ਆ, 15/4 ਘੰਟੇ। ਉਸ ਤੋਂ ਬਾਅਦ ਅੱਗੇ ਗੱਲ ਕਰੀਏ ਵੀਰਵਾਰ 'ਚ ਕਿੰਨਾ ਕੀਤਾਗਾ 5/2। ਇਹ ਕਿੰਨੇ ਬੁੱਧਵਾਰ ਵੀਰਵਾਰ, ਕਿੰਨਾ ਹਫਤੇ 'ਚ ਕਿੰਨੇ ਦਿਨ ਕੰਮ ਕੀਤਾ 5 ਦਿਨ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ 4 ਦਿਨਾਂ ਦਾ ਆਪਾਂ ਨੂੰ ਘੰਟਿਆਂ ਦਾ ਕੰਮ ਦਿੱਤਾ ਹੋਏਗਾ। ਆਪਾਂ ਨੂੰ ਪੁੱਛਦੇ ਆ ਵੀ ਇਹਦਾ 5ਵਾਂ ਬਚ ਗਿਆ, ਕਿਹੜਾ ਦਿਨ ਬਚ ਗਿਆ ਬੱਚਿਓ ਆਪਣੇ ਕੋਲ ਸ਼ੁੱਕਰਵਾਰ। ਸ਼ੁੱਕਰਵਾਰ ਨੂੰ ਕਿੰਨੇ ਘੰਟੇ ਕੰਮ ਕੀਤਾ ਹੋਊਗਾ, ਆਪਾਂ ਨੂੰ ਆ ਸਾਰਾ ਜੋੜ ਲੈਣੇ ਆ, ਉਹਦੇ ਵਿੱਚੋਂ 20 ਨੂੰ ਮਾਈਨਸ ਕਰ ਦੇਣਾ। ਦੇਖੋ ਆ ਕਿੰਨਾ ਬਣ ਗਿਆ 6.5 ਘੰਟੇ, ਆ ਕਿੰਨਾ ਬਣ ਗਿਆ ਬੱਚਿਓ 3 ਘੰਟੇ, ਠੀਕ ਆ। ਆ ਦੇਖੋ ਆਪਣੇ ਕੋਲ ਕਿੰਨਾ ਬਣ ਗਿਆ 2.5 ਘੰਟੇ, ਠੀਕ ਆ। ਇਹਦੀ ਮੈਂ ਦੇਖੋ ਬੱਚਿਓ ਗੱਲ ਕਰਾਂ, ਦੇਖੋ ਇਹਨੂੰ ਕੈਂਸਲ ਕਰਾਂ ਤਾਂ ਕਿੰਨਾ ਬਣ ਗਿਆ 7। ਦੇਖੋ ਆਪਾਂ ਵੰਡਦੇ ਹਾਂ 15 ਨੂੰ, ਕਿਤੇ 4 ਤੇ 1 ਚੌਕਾ ਚੌਕਾ 3 ਚੌਕੇ 12, ਕਿੰਨੇ ਬਚ ਗਏ 3, ਠੀਕ ਹੈ। ਪੁਆਇੰਟ ਲਾ ਲਿਆ, ਕਿੰਨਾ ਹੋ ਗਿਆ 7 ਚੌਕਾ 28, ਕਿੰਨੇ ਬਚ ਗਏ 2, ਤਾਂ ਕਿੰਨਾ ਆ ਗਿਆ ਇਹ ਆ ਗਿਆ ਬੱਚਿਓ 3.75। ਇਹ ਘੰਟੇ ਕੰਮ ਕੀਤਾਗਾ। ਦੇਖੋ ਇਹ ਘੰਟੇ ਕਿੰਨੇ ਬਣ ਗਏ ਆਪਣੇ ਕੋਲੇ 2.5 ਤੇ 6.5, 2.5 ਤੇ 6.5 ਕਿੰਨਾ 7 ਤੇ 9 ਬਣ ਗਿਆ, 9 ਤੇ ਬੱਚਿਓ 12 ਬਣ ਗਿਆ, 12 ਤੇ ਕਿੰਨਾ ਹੋ ਗਿਆ 15.75 ਘੰਟੇ ਉਹਨੇ ਕੰਮ ਕੀਤਾ। 15.75 ਘੰਟੇ ਉਹਨੇ ਕੰਮ ਕੀਤਾਗਾ। ਟੋਟਲ ਕਿੰਨਾ ਕੰਮ ਕੀਤਾ ਸੀ ਉਹਨੇ 20 ਘੰਟੇ। ਜਿਹਨੂੰ ਆਪਾਂ 20 ਘੰਟੇ ਦੇ ਵਿੱਚੋਂ ਮਾਈਨਸ ਕਰੀਏ ਤਾਂ 20 ਘੰਟੇ ਦੇ ਵਿੱਚੋਂ ਆਪਣੇ ਕੋਲ ਕਿੰਨਾ ਆ ਗਿਆ 4 ਘੰਟੇ 25, 4.25 ਘੰਟੇ ਆ ਗਏ। ਹੁਣ 4.25 ਘੰਟੇ ਨੂੰ ਆਪਾਂ ਕੀ ਲਿਖ ਸਕਦੇ ਹਾਂ, ਦੇਖੋ ਪੁਆਇੰਟ ਖਤਮ ਕਰਾਂਗੇ ਤਾਂ ਥੱਲੇ ਕਿੰਨਾ ਹੋਊਗਾ ਆਪਣੇ ਕੋਲ 100 ਆਊਗਾ, 2 ਲੱਗਣਗੀਆਂ, 25 ਦੇ ਕੈਂਸਲ ਕਰਾਂਗੇ ਤਾਂ 25 ਦੇ ਕੈਂਸਲ ਕਰਾਂਗੇ 4 ਆ ਗਿਆ, ਇਹਨੂੰ 25 ਦੇ ਕਰਾਂਗੇ ਤਾਂ ਕਿੰਨਾ ਆ ਗਿਆ 17। ਤਾਂ ਆਪਣੇ ਕੋਲ ਵਿੱਚ ਆਨਸਰ ਕੀ ਆਊਗਾ C ਵਾਲਾ ਦੇ ਵਿੱਚ ਆਨਸਰ ਆਊਗਾ। ਇੱਕ ਪਾਸੇ ਆਪਾਂ ਸਾਰੇ ਘੰਟੇ ਜੋੜ ਲਾਂਗੇ, ਉਸ ਤੋਂ ਬਾਅਦ ਟੋਟਲ ਦੇ ਵਿੱਚੋਂ ਘਟਾ ਲਾਂਗੇ, ਜਿਹੜਾ ਆਪਣੇ ਕੋਲ ਬਚ ਜਾਊਗਾ ਉਹ ਕਿਹੜਾ ਹੋਊਗਾ ਆਪਣੇ ਕੋਲ ਸ਼ੁੱਕਰਵਾਰ ਦੇ ਘੰਟਿਆਂ ਦਾ ਕਰ ਲਊਗਾ। ਆਪਾਂ ਨੂੰ ਇਸ ਤਰ੍ਹਾਂ ਕਰਾਂਗੇ। ਉਸ ਤੋਂ ਬਾਅਦ ਅਗਲਾ ਦੇਖਦੇ ਹਾਂ ਆਪਾਂ, ਇੱਕ ਬੈਂਕ ਬੱਚੋ ਜਿਹੜਾ ਬੈਂਕ ਆ ਇੱਕ ਆਫਰ ਦਿੰਦੀ ਹੈ ਲੋਨ ਨੂੰ। ਲੋਨ ਕਿੰਨੇ ਟਾਈਮ ਦਾ ਹੈਗਾ ਬੱਚੋ 8 ਸਾਲਾਂ ਦਾ। ਕਿੰਨੇ ਸਾਲਾਂ ਦਾ ਬੱਚੋ 8 ਸਾਲਾਂ ਦਾ ਲੋਨ ਹੈ, ਠੀਕ ਆ। ਉਹਦੇ ਵਿੱਚ ਕੀ ਆਫਰ ਆ ਕਿ ਬੱਚੋ ਜਿਹੜਾ ਪਹਿਲੇ 2 ਸਾਲ ਆ, ਪਹਿਲੇ 2 ਸਾਲ ਦਰ ਕਿੰਨੀ ਲੱਗਦੀ ਹੈ, ਪਹਿਲੇ 2 ਸਾਲ ਲੱਗਦੀ ਹੈ 8%। ਜੇ ਬੱਚੋ ਪਹਿਲੇ 2 ਸਾਲ 8% ਲੱਗੂਗੀ ਤਾਂ ਹਰ ਸਾਲ 8 ਤੇ 8 ਕਿੰਨਾ ਹੋ ਗਿਆ 16% ਹੋ ਗਿਆ। ਫਿਰ ਉਸ ਤੋਂ ਬਾਅਦ ਬੱਚੋ ਅਗਲੇ 5 ਸਾਲ, 5 ਸਾਲ ਕਿੰਨੀ ਲੱਗਦੀ ਹੈ 12%। ਜੇ 5 ਹਰ ਸਾਲ ਕਿੰਨੀ ਲੱਗਦੀ ਹੈ 12, 12 5 ਕਿੰਨਾ ਹੋ ਗਿਆ 60, ਤਾਂ ਇਹ ਕਿੰਨੀ ਹੋਊਗੀ 60%। ਉਸ ਤੋਂ ਬਾਅਦ ਅੱਗੇ ਗੱਲ ਕਰਾਂ ਬੱਚੋ, ਅੱਗੇ ਕਹਿੰਦੇ ਆ 7 ਹੋ ਗਏ, ਦੇਖੋ 2 ਬੱਚੇ ਹੋ ਗਏ, 5 ਹੋ ਗਏ। ਕਹਿੰਦੇ ਜਿਹੜਾ 7 ਸਾਲਾਂ ਤੋਂ ਬਾਅਦ ਹੈ, 7 ਸਾਲਾਂ ਤੋਂ ਬਾਅਦ ਲੋਨ ਕਿੰਨੇ ਟਾਈਮ ਦਾ ਬੱਚੋ 8 ਸਾਲਾਂ ਦਾ, ਤੇ 1 ਸਾਲ ਬਚ ਗਿਆ। 1 ਸਾਲ ਦੇ ਵਿੱਚ ਕਿੰਨਾ ਟਾਈਮ ਕਿੰਨੀ ਦਰ ਲੱਗਦੀ ਹੈ ਬੱਚੋ 14%। ਤਾਂ ਟੋਟਲ ਮੈਂ ਦੱਸਾਂ ਵਿਆਜ ਕਿੰਨੇ % ਹੋ ਗਿਆ 14 ਹੀ ਹੋ ਗਿਆ। ਤਾਂ ਮੈਂ ਇਹਨੂੰ ਜੋੜਾਂ ਤਾਂ ਦੇਖੋ ਬੱਚੋ ਆਪਣੇ ਕੋਲ ਕਿੰਨਾ ਹੋ ਗਿਆ, ਹਾਂ ਦੀ ਗੱਲ ਕਰੀਏ 14 ਤੇ 16 ਦੀ ਗੱਲ ਕਰੀਏ 30 ਤੇ ਕਿੰਨਾ 90%। ਆਪਾਂ ਨੂੰ ਬੱਚੇ 90% ਵਿਆਜ ਮਿਲ ਗਿਆ। ਪਹਿਲੇ ਸਾਲ ਆਪਾਂ ਨੂੰ ਕਿੰਨਾ ਮਿਲਦਾ 8%, 2 ਸਾਲਾਂ ਦੇ ਵਿੱਚ ਕਿੰਨਾ ਮਿਲੂ ਬੱਚਿਓ 16%। ਫਿਰ ਆਪਾਂ ਨੂੰ ਦੂਜੇ ਸਾਲ ਕਿੰਨਾ ਮਿਲਦਾਗਾ 12% ਦੇ ਹਿਸਾਬ ਨਾਲ। ਕਿੰਨਾ ਟਾਈਮ ਮਿਲਦਾ ਰਿਹਾ ਬੱਚਿਓ 5 ਸਾਲ ਦਾ। ਟੋਟਲ ਕਿੰਨਾ ਹੋ ਗਿਆ 60%। ਉਸ ਤੋਂ ਬਾਅਦ ਬੱਚਿਓ ਆਪਾਂ ਨੂੰ 1 ਸਾਲ ਕਿੰਨਾ ਮਿਲੇਗਾ 14%, ਤੇ 1 ਸਾਲ ਦੇ ਵਿੱਚ 14 ਹੋ ਗਿਆ ਤਾਂ ਜੋੜਾਂਗੇ ਤਾਂ 90%, 90% ਵਿਆਜ ਹੋ ਗਿਆ। ਟੋਟਲ ਆਪਾਂ ਮੂਲਧਨ ਵਿੱਚ 100% ਜਮ੍ਹਾਂ ਕਰਾਉਣੇ ਹੁੰਦੇ ਆ, ਉਹਦੇ ਵਿੱਚ 90% ਵਿਆਜ ਹੋ ਗਿਆ। ਟੋਟਲ ਕਿੰਨਾ ਹੋ ਗਿਆ 190% ਹੋ ਗਈ। ਜਿਹੜੀ ਅਮਾਉਂਟ ਹੋਗੀ ਬੱਚੋ ਕਿੰਨੀ ਹੋਗੀ 190%। ਜਿਹੜੇ ਆਪਾਂ ਨੂੰ ਪੈਸੇ ਮਿਲਦੇ ਆ ਉਹ ਕਿੰਨੇ ਮਿਲਦੇ ਆ 1,90,000। ਆਪਾਂ ਕਹਾਂਗੇ ਬੱਚੋ 190% ਕਿਹਦੇ ਬਰਾਬਰ ਆ 1,90,000 ਦੇ ਬਰਾਬਰ। ਇੱਕ ਕਿਹਦੇ ਬਰਾਬਰ ਹੋਊਗਾ 1,90,000, ਠੀਕ ਹੈ। ਆਪਾਂ ਕੀ ਕੱਢਣਾ ਬੱਚੇ ਉਹਦੇ ਵਿੱਚ ਕੀ ਕਹਿੰਦੇ ਆ ਕਿ ਲੋਨ ਕਿੰਨਾ ਮਿਲੇਗਾ। ਆਪਾਂ ਨੂੰ ਜਿਹੜਾ ਲੋਨ ਦੇਣਾ ਪਊਗਾ ਉਹ ਕਿੰਨਾ ਮਿਲੂਗਾ, ਉਹ ਕਿੰਨਾ ਦੇਣਾ ਪੈ ਰਿਹਾ ਬੱਚੋ 90%। ਆਪਾਂ ਕਿੰਨਾ ਕੱਢਾਂਗੇ 190, ਠੀਕ ਹੈ। ਕੱਟਾਂਗੇ 0 0 ਕੱਟੇਗੀ, ਇਹਨੂੰ ਕੱਟਾਂਗੇ ਤਾਂ ਆਪਣੇ ਕੋਲ ਕਿੰਨਾ ਆ ਗਿਆ ਬੱਚੋ
ਤਾਂ ਆਪਣੇ ਕੋਲ ਕਿੰਨਾ ਆ ਗਿਆ 1000 ਤਾਂ ਕਿੰਨਾ ਲੋਨ ਦੇਣਾ ਪਊ ਬੱਚਿਓ 90000 ਤਾਂ ਆਨਸਰ ਕਿਹੜਾ ਹੋਊਗਾ ਬੱਚਿਓ ਇਹਦੇ ਵਿੱਚ 90000 B ਵਾਲਾ ਆਨਸਰ ਹੋਊਗਾ। ਇਹਦੇ ਵਿੱਚ ਦੇਖੋ ਇੱਥੋਂ ਪਤਾ ਲੱਗ ਗਿਆ ਪਹਿਲੇ ਸਾਲ 16% ਲੱਗ ਗਿਆ, ਫਿਰ ਪਹਿਲੇ ਅਗਲੇ 5 ਸਾਲਾਂ ਦੇ ਵਿੱਚ 60% ਲੱਗ ਗਿਆ, ਫਿਰ ਅਗਲੇ ਸਾਲ ਦੇ ਵਿੱਚ ਕਿੰਨਾ ਲੱਗ ਗਿਆ 14%। ਟੋਟਲ ਕਿੰਨਾ ਹੋ ਗਿਆ ਆਪਣੇ ਕੋਲੇ 90%। ਤਾਂ 90% ਕਿਹਦੇ ਬਰਾਬਰ ਆ ਗਿਆ 90 ਦੇ ਬਰਾਬਰ। ਆਪਣਾ ਆਨਸਰ ਕੀ ਹੋਊਗਾ 90। ਅਗਲਾ ਦੇਖਦੇ ਆਪਾਂ। ਹਾਂਜੀ ਬੱਚੋ ਇਹਦੇ ਵਿੱਚ ਇੱਕ ਪਲਾਟ ਦੀ ਗੱਲ ਕੀਤੀ, ਇੱਕ ਪਲਾਟ ਨੂੰ ਕਿੰਨੇ ਦਾ ਵੇਚਿਆਗਾ 18000 ਦਾ ਵੇਚਿਆ ਬੱਚੋ। ਕਿੰਨੇ ਦਾ ਵੇਚਿਆਗਾ 18000 ਦਾ। ਜਦੋਂ ਉਹਨੂੰ ਆਪਾਂ 18000 ਦਾ ਵੇਚਦੇ ਆ ਤਾਂ ਉਹਨਾਂ ਨੂੰ ਕਿੰਨੇ ਹਾਨੀ ਕਿੰਨੇ ਦੀ 10% ਦੀ। ਜੇਕਰ ਬੱਚੇ ਉਹਨੇ ਲਾਭ ਕਮਾਉਣਾ, ਕਿੰਨਾ ਲਾਭ ਕਮਾਉਣਾਗਾ 30%। ਜੇ ਉਹਨੇ 30% ਲਾਭ ਕਮਾਉਣਾ ਤਾਂ ਕਿੰਨੇ ਦੀ ਵੇਚੂਗਾ, ਤਾਂ ਆਪਾਂ ਕਹਾਂਗੇ ਦੇਖੋ ਜੇ ਪਲਾਟ ਖਰੀਦਦੇ ਆਪਾਂ 100% ਤੇ ਹਾਨੀ ਹੋਗੀ 10% ਦੀ, ਹਾਨੀ ਹੋਗੀ 10% ਦੀ ਬੱਚੋ ਕਿੰਨੇ ਦਾ ਵੇਚ ਗਿਆ 90%। ਤਾਂ ਆਪਾਂ ਕਹਿ ਸਕਦੇ ਹਾਂ ਜਿਹੜਾ 90% ਮੁੱਲ ਆ ਬੱਚੋ ਕਿੰਨਾ ਗਾ 18000। 90% ਆ ਕਿੰਨਾ 18000। 1% ਕਿਹਦੇ ਬਰਾਬਰ ਹੋਊਗਾ 18000 ਬਟਾ 90। ਇੱਕ ਕਿਹਦੇ ਬਰਾਬਰ ਹੋਊਗਾ 18000 ਬਟਾ 90। ਕਿੰਨੇ ਦੇ ਵੇਚਣਾ ਚਾਹੁੰਦਾ ਬੱਚੋ 30% ਲਾਭ। 30% ਲਾਭ ਮਤਲਬ ਜੇ ਆਪਾਂ 30 ਜੋੜਾਂਗੇ ਜਿੰਨਾ ਲਾਭ ਹੋਊਗਾ ਆਪਾਂ ਜੋੜ ਦਾਂਗੇ ਕਿੰਨਾ ਬਣੇ 130 ਤੇ ਵੇਚਣਾ ਚਾਹੁੰਦਾ ਬੱਚੋ। ਕਿੰਨੇ ਦੇ ਵੇਚਣਾ ਚਾਹੁੰਦਾ 130 ਤੇ। ਹੁਣ ਆਪਾਂ ਦੇਖੋ ਕੈਂਸਲ ਕਰਦੇ ਹਾਂ, 0 ਦੇ ਨਾਲ 0 ਕੱਟੇਗੀ, 1 9 9 2 9 18। ਤਾਂ ਦੇਖੋ ਗੁਣਾ ਕਰਾਂਗੇ 13 ਗੁਣਾ 26 ਤਾਂ ਨਾਲ ਲੱਗ ਗਿਆ 3 0। ਤਾਂ ਆਨਸਰ ਕਿੰਨਾ ਆ ਗਿਆ ਬੱਚੋ 26000। ਇਹਦੇ ਵਿੱਚ ਆਪਣਾ ਆਨਸਰ ਕੀ ਆਊਗਾ B ਵਾਲਾ ਕਿੰਨਾ ਆਊਗਾ 26000। ਇਹ ਆਪਣਾ ਆਨਸਰ ਆਊਗਾ। ਇਸ ਤਰ੍ਹਾਂ ਆਪਾਂ ਨੂੰ ਕਰਾਂਗੇ। ਠੀਕ ਆ ਬੱਚੋ। ਇਹ ਆਪਣੇ ਅਗਲਾ ਕੁਐਸਚਨ ਦੇਖੋ ਆਪਣੇ ਕੋਲੇ 52 ਨੰਬਰ। ਇਹਦੇ ਵਿੱਚ ਕੀ ਕਿਹਾ ਹੋਇਆਗਾ ਕਿ A ਤੇ B ਆਪਾਂ ਨੂੰ A ਠੀਕ ਹੈ A ਤੇ B ਦਾ ਬੱਚੋ A ਤੇ B ਦਾ ਜਿਹੜਾ ਅਨੁਪਾਤ ਆ ਆਪਾਂ ਨੂੰ ਕਿੰਨਾ ਦਿੱਤਾ ਹੋਇਆਗਾ 2:3। ਅੱਗੇ ਆਪਾਂ ਨੂੰ ਗੱਲ ਕੀਤੀ ਹੋਈ ਆ B ਤੇ C ਦੀ। B ਤੇ C ਦਾ ਆਪਾਂ ਨੂੰ ਕਿੰਨਾ ਦਿੱਤਾ ਹੋਇਆ 4:5। ਠੀਕ ਆ A ਤੇ B ਬੱਚੋ ਕਿੰਨਾ ਦਾ 2:3। B ਤੇ C ਕਿੰਨਾ ਆਪਣੇ ਕੋਲੇ 4:5। ਆਪਾਂ ਪਤਾ ਕਰਨਾ A:B:C ਪਤਾ ਕਰਨਾ। ਆਪਾਂ ਲਿਖਾਂਗੇ 2 3 ਅੱਗੇ ਕਿੰਨਾ ਲਿਖਾਂਗੇ 4 ਤੇ 5। ਇੱਧਰ ਕਿੰਨਾ ਹੋਊ ਬੱਚੋ 3 ਨਾਲ ਲੱਗਦਾ ਕੌਣ ਲੱਗਦਾ ਨਾਲ 4। ਕਾਮਨ ਕੈਂਸਲ ਨਹੀਂ ਹੁੰਦਾ 15 ਆ ਗਿਆ। ਇੱਧਰ ਕਿੰਨਾ ਆ ਗਿਆ 12। ਇੱਧਰ ਕਿੰਨਾ ਆ ਗਿਆ 8। ਤਾਂ ਆਪਣੇ ਕੋਲ ਕਿੰਨਾ ਹੋਊਗਾ 8 12 15। 8 12 15 ਬੱਚੋ A ਵਾਲਾ ਇਹਦੇ ਵਿੱਚ ਆਪਣਾ ਆਨਸਰ ਆਊਗਾ। ਇਹਦੇ ਵਿੱਚ ਆਨਸਰ ਕਿਹੜਾ ਹੋਊਗਾ ਆਪਣਾ A ਵਾਲਾ। ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਹਾਂ। ਇੱਕ ਦੇਖੋ ਗ੍ਰਾਫ ਦਿੱਤਾ ਹੈ ਉਹਦੇ ਰਿਲੇਟਡ ਆਪਾਂ ਕੁਐਸਚਨ ਕਹੇ ਹੋਏ ਨੇ ਫਾਈਂਡ ਦਾ ਐਵਰੇਜ। ਐਵਰੇਜ ਆਪਾਂ ਪਤਾ ਕਰਨੀ ਆ। ਕਿਹਦੀ ਐਵਰੇਜ ਪਤਾ ਕਰਨੀ ਆ ਖਰਚੇ ਦੀ। ਕਿੰਨਾ ਦੇ ਖਰਚੇ ਦੀ ਜਿਹੜੀ ਫੈਮਿਲੀ A ਕਰਦੀ ਹੈ। ਕੌਣ ਖਰਚਾ ਕਰਦੀ ਹੈ ਫੈਮਿਲੀ A। ਕਿੱਥੋਂ ਲੈ ਕੇ ਬੱਚੋ ਐਤਵਾਰ ਤੋਂ ਲੈ ਕੇ ਬੁੱਧਵਾਰ ਤੱਕ। ਦੇਖੋ ਫੈਮਿਲੀ A ਦਾ ਪਹਿਲੇ ਐਤਵਾਰ ਨੂੰ ਕਿੰਨਾ ਕਰਦੀ ਆ ਉਹ 350 ਰੁਪਇਆ ਤੇ ਸੋਮਵਾਰ ਨੂੰ ਕਿੰਨਾ ਕਰਦੀ ਹੈ ਬੱਚੋ 300 ਰੁਪਇਆ। ਸੋਮਵਾਰ ਤੋਂ ਬਾਅਦ ਮੰਗਲਵਾਰ ਨੂੰ ਕਿੰਨਾ ਕਰਦੇ ਦੇਖੋ ਬੱਚੋ ਆਪਣੇ ਕੋਲ ਮੰਗਲਵਾਰ ਆ। ਮੰਗਲਵਾਰ ਨੂੰ ਕਿੰਨਾ ਕਰਦੀ ਆ ਆਪਣੇ ਕੋਲੇ 450 ਰੁਪਇਆ। ਉਸ ਤੋਂ ਬਾਅਦ ਦੇਖੋ ਐਤਵਾਰ ਤੋਂ ਲੈ ਕੇ ਬੁੱਧਵਾਰ ਤੱਕ। ਬੁੱਧਵਾਰ ਨੂੰ ਕਿੰਨਾ ਕਰਦੀ ਆ 350 ਰੁਪਇਆ। ਠੀਕ ਹੈ ਦੇਖੋ ਇੱਕ ਫੈਮਿਲੀ ਆਪਣੇ ਕੋਲੇ ਫੈਮਿਲੀ A ਪਹਿਲਾਂ ਕਿੰਨਾ ਕਰਦੀ 350। ਪਹਿਲਾਂ ਬੱਚੋ ਆਪਣਾ ਕਿੰਨਾ ਹੋਊਗਾ 350। ਐਤਵਾਰ ਨੂੰ 350, ਸੋਮਵਾਰ ਨੂੰ 300, ਮੰਗਲਵਾਰ ਨੂੰ 450 ਤੇ ਬੁੱਧਵਾਰ ਨੂੰ 350। ਠੀਕ ਹੈ ਟੋਟਲ ਬੱਚੇ ਆਪਾਂ ਜੋੜਦੇ ਹਾਂ। ਟੋਟਲ ਕਿੰਨਾ ਬਣ ਗਿਆ 0 ਆ ਗਈ 5 3 15 ਆ ਗਿਆ। ਅੱਗੇ ਗੱਲ ਕਰਾਂ ਮੈਂ 9 9 ਤੋਂ ਬਾਅਦ 12 ਤੇ 13 ਤੇ 14 ਆ ਗਿਆ ਬੱਚੋ ਕਿੰਨਾ ਬਣ ਗਿਆ 14। ਟੋਟਲ ਕਿੰਨਾ ਖਰਚਾ 14। ਕਿੰਨੇ ਦਿਨ 1 2 3 4 ਦਿਨ 4 ਨਾਲ ਵੰਡਦੇ ਨੇ। 1 ਚੌਕਾ 14 3 ਚੌਕੇ 12 3 ਚੌਕੇ ਬੱਚੋ 12 ਕਿੰਨਾ ਬਚ ਗਿਆ 2। ਅੱਗੇ ਕਰਾਂ ਮੈਂ ਗੱਲ 4 ਤੇ ਜਾ ਰਿਹਾ 6 ਚੌਕਾ 24 6 ਚੌਕਾ ਬਣ ਗਿਆ ਬੱਚੋ 24। ਉਸ ਤੋਂ ਬਾਅਦ ਕਿੰਨੇ ਤੇ ਗਿਆ 2 ਤੇ ਕਿੰਨੇ ਤੇ ਗਿਆ 2 ਤੇ। ਉਸ ਤੋਂ ਬਾਅਦ ਕਿੰਨਾ ਆ ਗਿਆ ਪੁਆਇੰਟ ਆਪਣੇ ਕੋਲ ਕਿੰਨਾ ਹੈਗਾ 362 ਪੁਆਇੰਟ ਕਿੰਨਾ ਬਚੂਗਾ ਬੱਚੋ 5। 362.5 ਆਪਣਾ ਕਿਹੜਾ ਹੈਗਾ A ਵਾਲਾ ਦੇ ਵਿੱਚ ਆਨਸਰ ਆ ਬੱਚੋ। ਕਿਹੜਾ ਆਨਸਰ ਆ A ਵਾਲਾ। ਇਹਨੂੰ ਆਪਾਂ ਇਸ ਤਰ੍ਹਾਂ ਕਰਾਂਗੇ। ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਹਾਂ। ਅਗਲੇ ਵਿੱਚ ਕੀ ਆ ਫਾਈਂਡ ਦਾ ਰੇਸ਼ੋ। ਅਨੁਪਾਤ ਪਤਾ ਕਰਨਾ ਕਿਹਦਾ ਜਿਹੜਾ ਖਰਚਾ ਕਰਦੀ ਕੰਪਨੀ ਖਰਚਾ ਕਰਦੀ ਕੌਣ ਆਪਣੇ ਕੋਲੇ ਫੈਮਿਲੀ B ਕਿਹਨੂੰ ਮੰਡੇ 'ਚ। ਦੇਖੋ ਮੰਡੇ ਦੇ ਵਿੱਚ ਆ ਸੀ ਕੰਪਨੀ B ਕਿੰਨਾ ਖਰਚਾ ਕਰਦੀ ਹੈ 350 ਰੁਪਇਆ। ਕਿੰਨਾ ਕਰਦੀ ਹੈ ਬੱਚੋ 350 ਰੁਪਇਆ। ਉਸ ਤੋਂ ਬਾਅਦ ਫੈਮਿਲੀ C ਦੇਖੋ ਫੈਮਿਲੀ C ਬੱਚੋ ਆਪਣੇ ਕੋਲ ਕਿਹੜੀ ਆ ਫੈਮਿਲੀ C ਸੰਡੇ ਦੇ ਵਿੱਚ ਫੈਮਿਲੀ C ਕਿੰਨਾ ਖਰਚਾ ਕਰਦੀ ਹੈ 300। ਕਿੰਨਾ ਕਰਦੀ ਹੈ ਬੱਚੋ 300। ਉਹਨਾਂ ਦਾ ਅਨੁਪਾਤ ਕੱਢਣਾ ਹੈ ਸੇਮ ਟੇਬਲ ਤੇ ਕੱਟਾਂਗੇ 0 ਦੇ ਨਾਲ 0 ਕੱਟੇਗੀ। ਉਸ ਤੋਂ ਬਾਅਦ 5 ਤੇ ਕੱਟਾਂਗੇ ਆਪਾਂ 5 ਤੇ ਕੱਟਿਆ ਕਿੰਨਾ ਆ ਗਿਆ ਬੱਚੋ 7। ਇੱਧਰ ਕਿੰਨਾ ਆ ਗਿਆ 6। ਤਾਂ ਆਪਣਾ ਆਨਸਰ ਕਿੰਨਾ ਹੋਊਗਾ 7:6।
ਬੱਚੇ ਆਨਸਰ ਕਿੰਨਾ ਹੋਊਗਾ 7 ਅਨੁਪਾਤ 6। ਇਹ ਵਾਲਾ ਬੱਚੇ ਉਹਦੇ ਵਿੱਚ ਆਪਣਾ ਆਨਸਰ ਆਊਗਾ। ਇਹਨੂੰ ਆਪਾਂ ਇਸ ਤਰ੍ਹਾਂ ਕਰਾਂਗੇ। ਉਸ ਤੋਂ ਬਾਅਦ ਅੱਗੇ ਗੱਲ ਕਰੀਏ ਆਪਾਂ, ਅਗਲਾ ਆਪਾਂ ਨੂੰ ਕੀ ਹੈਗਾ ਏਰੀਆ ਆਫ ਦਾ ਰੋਮਬਸ। ਦੇਖੋ ਆਪਾਂ ਨੂੰ ਏਰੀਆ ਆਫ ਰੋਮਬਸ ਦੀ ਗੱਲ ਕੀਤੀ ਗਈ ਆ ਕਿ ਜਿਹੜਾ ਏਰੀਆ ਆਫ ਦਾ ਰੋਮਬਸ ਆ ਆਪਾਂ ਨੂੰ ਦਿੱਤਾ ਹੋਏਗਾ। ਉਸ ਤੋਂ ਬਾਅਦ ਉਹਦਾ ਇੱਕ ਆਪਾਂ ਨੂੰ ਡਾਇਗਨਲ ਦਿੱਤਾ ਹੋਏਗਾ। ਆਪਾਂ ਕੀ ਕਰਨਾਗਾ ਉਹਦਾ ਅਦਰ ਡਾਇਗਨਲ, ਦੂਸਰਾ ਆਪਾਂ ਡਾਇਗਨਲ ਪਤਾ ਕਰਨਾਗਾ। ਏਰੀਆ ਰੋਮਬਸ ਦਾ ਦਿੱਤਾ ਹੋਇਆ ਆਪਣੇ ਕੋਲ ਇੰਨਾ, ਠੀਕ ਆ। ਉਸ ਤੋਂ ਬਾਅਦ ਇੱਕ ਵਿਕਰਨ ਦਿੱਤਾ ਹੋਏਗਾ, ਦੂਸਰਾ ਵਿਕਰਨ ਆਪਾਂ ਲੱਭਣਾਗਾ। ਏਰੀਆ ਦਾ ਫਾਰਮੂਲਾ ਹੁੰਦਾ ਰੋਮਬਸ ਦਾ 1/2 d1 * d2, ਮਤਲਬ ਪਹਿਲਾ ਡਾਇਗਨਲ ਵਿੱਚੋਂ ਦੂਸਰਾ ਡਾਇਗਨਲ, ਠੀਕ ਆ। ਇਹ ਆਪਣੇ ਕੋਲ ਕੀ ਹੁੰਦਾ ਖੇਤਰਫਲ ਹੁੰਦਾਗਾ ਰੋਮਬਸ ਦਾ। ਖੇਤਰਫਲ ਆਪਾਂ ਨੂੰ ਕਿੰਨਾ ਦਿੱਤਾ ਹੋਇਆ ਵਿੱਚੋਂ 240। ਆਪਾਂ ਕਹਾਂਗੇ 240 ਕਿਹਦੇ ਬਰਾਬਰ ਆ 1/2। ਪਹਿਲਾ ਡਾਇਗਨਲ 1 ਕਿੰਨਾ ਦਿੱਤਾ ਹੈਗਾ 16। ਡਾਇਗਨਲ 2 ਆਪਾਂ ਪਤਾ ਕਰਨਾ। ਡਾਇਗਨਲ 2 ਕੀ ਵਿੱਚੋਂ ਪਤਾ ਕਰਨਾਗਾ। ਦੇਖੋ 2 ਦੀ ਇਧਰ ਮਲਟੀਪਲਾਈ ਹੋ ਜੂਗੀ, ਆਪਾਂ ਕਹਾਂਗੇ 240 × 2 ਬਟਾ ਕਿੰਨਾ ਦਾ 16। d2 ਵਿੱਚੋਂ ਆਪਾਂ ਪਤਾ ਕਰਨਾਗਾ। 16 ਨੂੰ ਕੈਨਸਲ ਕਰਾਂਗੇ ਆਪਾਂ, 8 2 ਤੇ ਕਰਤਾ 8 ਆ ਗਿਆ, 8 ਨੂੰ ਕੀਤਾ 3 ਆ ਗਿਆ, ਤਾਂ ਬੱਚੋ ਆਨਸਰ ਕਿੰਨਾ ਆ ਗਿਆ ਆਪਣੇ ਕੋਲ 30 ਆਨਸਰ ਆ ਗਿਆ। ਆਨਸਰ ਕਿੰਨਾ ਹੋਊਗਾ ਬੱਚੋ ਆਪਣੇ ਕੋਲ 30 ਆਪਣਾ ਆਨਸਰ ਆਊਗਾ। ਆਨਸਰ ਕਿੰਨਾ ਆ ਰਿਹਾ ਬੱਚੋ 30। ਆਪਣੇ ਕੋਲ ਇਹ ਫਾਰਮੂਲਾ ਹੁੰਦਾ, ਯਾਦ ਰੱਖਿਓ, ਜਿਹੜਾ ਰੋਮਬਸ ਹੁੰਦਾ ਉਹਦਾ ਖੇਤਰਫਲ ਦਾ ਬੱਚੋ, ਰੋਮਬਸ ਦੇ ਖੇਤਰਫਲ ਦਾ ਜਿਹੜਾ ਫਾਰਮੂਲਾ ਹੈਗਾ 1/2 d1 * d2, 1/2 d1 * ਬੱਚੋ d2 ਹੋਊਗਾ। ਤਾਂ ਆਪਣੇ ਕੋਲ ਖੇਤਰਫਲ ਕਿੰਨਾ ਹੈਗਾ 240 ਬਰਾਬਰ ਰੱਖਾਂਗੇ। ਇੱਥੋਂ ਆਪਾਂ ਕੀ ਕਰਾਂਗੇ ਬੱਚੋ d2 ਦੀ ਵੈਲਿਊ ਕੱਢਾਂਗੇ। ਆਪਣਾ ਆਨਸਰ ਕੀ ਆਊਗਾ d ਵਾਲਾ ਦੇ ਵਿੱਚ ਬੱਚੋ ਆਪਣਾ ਆਨਸਰ ਆਊਗਾ। ਆਨਸਰ ਕੀ ਆਊਗਾ d ਵਾਲਾ। ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਹਾਂ ਕੁਐਸਚਨ ਨੰਬਰ 55। ਇਹਦੇ ਵਿੱਚ ਕੀ ਕਿਹਾਗਾ ਕਿ ਆਪਾਂ ਇੱਕ ਟ੍ਰਾਇੰਗਲ त्रिकोण ਦਾ ਖੇਤਰਫਲ ਪਤਾ ਕਰਨਾਗਾ। त्रिकोण ਦਾ ਖੇਤਰਫਲ ਪਤਾ ਕਰਨਾ ਕਿ ਭੁਜਾਵਾਂ ਦਿੱਤੀਆਂ ਹੋਈਆਂ ਅਲੱਗ-ਅਲੱਗ। ਦੇਖੋ ਬੱਚੋ ਭੁਜਾਵਾਂ ਕਿੰਨੇ ਦਿੱਤੀਆਂ ਹੋਈਆਂ ਨੇ 10 6 ਤੇ 8। ਇਹ ਅਲੱਗ-ਅਲੱਗ ਆਪਾਂ ਭੁਜਾਵਾਂ ਦਿੱਤੀਆਂ ਹੋਈਆਂ ਟ੍ਰਾਇੰਗਲ ਦੀਆਂ। ਉਹਦਾ ਆਪਾਂ ਕੀ ਪਤਾ ਬੱਚੋ ਕੀ ਪਤਾ ਕਰਨਾਗਾ ਖੇਤਰਫਲ ਪਤਾ ਕਰਨਾਗਾ। ਅੱਗੇ ਦੇਖੋ ਆਪਾਂ ਨੂੰ ਕੀ ਕਿਹਾ ਹੋਏਗਾ ਕਿ ਦੇਖੋ ਇਹ ਜਿਹੜੀ ਟ੍ਰਾਇੰਗਲ ਆ ਇਹਦੀਆਂ ਭੁਜਾਵਾਂ ਅਲੱਗ-ਅਲੱਗ ਨੇ। ਜਿਹੜੀ ਅਲੱਗ-ਅਲੱਗ ਭੁਜਾਵਾਂ ਹੁੰਦੇ ਵਿਕਰਮ ਭੁਜਾ ਟ੍ਰਾਇੰਗਲ ਆ ਗਈ ਜਿਹਦੀਆਂ ਤਿੰਨੇ ਭੁਜਾਵਾਂ ਅਲੱਗ-ਅਲੱਗ ਨੇ, ਜਿਹਨੂੰ ਆਪਾਂ ਸਕੇਲਰ ਬੋਲਾਂਗੇ। ਅਗਰ ਸਕੇਲਰ ਬੋਲਾਂਗੇ ਤੇ ਇਹਦੇ ਲਈ ਆਪਾਂ ਫਾਰਮੂਲਾ ਲਾਂਗੇ ਹੀਰੋਜ਼ S means A, S means B, S means C, ठीक है। A वाली S means A, S means B ਤੇ S means C। ਅੱਗੇ ਦੇਖੋ ਨਾ ਆਪਾਂ ਲਿਖਦੇ ਆ S ਕੀ ਹੁੰਦਾ ਆਪਣੇ ਕੋਲ ਸੈਮੀ ਪੈਰੀਮੀਟਰ ਹੈ। ਪੈਰੀਮੀਟਰ ਕੀ ਹੁੰਦਾ ਸਾਰੀਆਂ ਭੁਜਾਵਾਂ ਦਾ ਜੋੜ। ਆਪਾਂ ਜੋੜੀਏ 8 + 6 + 10 ਤਾਂ ਕਿੰਨਾ ਬਣ ਗਿਆ ਬੱਚੋ ਆਪਣੇ ਕੋਲ 16। ਕਿੰਨਾ ਬਣ ਗਿਆ 24। 24 ਨੂੰ 2 ਤੇ ਵੰਡੀ ਤਾਂ ਕਿੰਨਾ ਆ ਗਿਆ 12। ਤਾਂ ਆਪਣੇ ਕੋਲ ਜਿਹੜਾ ਸੈਮੀ ਪੈਰੀਮੀਟਰ ਆ ਉਹ ਕਿੰਨਾ ਆ ਗਿਆ ਬੱਚੋ 12। ਸੈਮੀ ਪੈਰੀਮੀਟਰ ਕਿੰਨਾ ਹੋਊਗਾ 12। ਆਪਾਂ ਇੱਥੇ ਕਹਾਂਗੇ ਪਹਿਲਾਂ 12 ਦੇ ਵਿੱਚੋਂ ਪਹਿਲੀ ਭੁਜਾ ਮਾਈਨਸ ਕਰਾਂਗੇ 8। 12 ਦੇ ਵਿੱਚੋਂ ਦੂਜੀ ਭੁਜਾ ਮਾਈਨਸ ਕਰਾਂਗੇ ਤਾਂ ਕਿੰਨਾ ਆ ਗਿਆ ਆਪਣੇ ਕੋਲੇ 6। 12 ਦੇ ਵਿੱਚੋਂ ਤੀਜੀ ਭੁਜਾ ਮਾਈਨਸ ਕਰਾਂਗੇ ਤਾਂ ਕਿੰਨਾ ਆ ਗਿਆ ਆਪਣੇ ਕੋਲੇ 10। ਅੱਗੇ ਆਪਾਂ ਗੱਲ ਕਰੀਏ ਤਾਂ ਦੇਖੋ ਬੱਚੋ ਕਿੰਨਾ ਆ ਗਿਆ 12। 12 ਦੇ ਵਿੱਚੋਂ 8 ਕੱਢਿਆ ਕਿੰਨਾ ਰਹਿ ਗਿਆ 4। 12 ਦੇ ਵਿੱਚੋਂ 6 ਕੱਢਿਆ ਕਿੰਨਾ ਰਹਿ ਗਿਆ 6। 12 ਦੇ ਵਿੱਚੋਂ 10 ਕੱਢਿਆ ਕਿੰਨਾ ਰਹਿ ਗਿਆ 2। ਅੱਗੇ ਆਪਾਂ ਗੱਲ ਕਰਦੇ ਹਾਂ 12, ਠੀਕ ਹੈ। 12 ਨੂੰ ਬੱਚੋ ਜੇ ਆਪਾਂ ਤੋੜ ਕੇ ਲਿਖਣਾ ਹੋਵੇ ਤਾਂ ਕੀ ਲਿਖ ਸਕਦੇ ਹਾਂ ਕਿਉਂਕਿ ਆਪਾਂ ਰੂਟ ਦੇ ਵਿੱਚੋਂ ਬਾਹਰ ਕੱਢਣਾਗਾ। 12 ਨੂੰ ਆਪਾਂ ਕੀ ਲਿਖ ਸਕਦੇ 3 × 4 × 4 ਤੇ 6 ਨੂੰ ਕੀ ਲਿਖ ਸਕਦੇ 3 × 2 × 2, ਠੀਕ ਹੈ। ਰੂਟ ਦੇ ਵਿੱਚੋਂ ਬੱਚੇ ਬਾਹਰ ਕੱਢਾਂਗੇ ਹਮੇਸ਼ਾ 2 ਦੇ ਵਿੱਚ 1 2 ਬਾਹਰ ਆ ਗਿਆ, ਆ 2 ਬਾਹਰ ਆ ਗਿਆ, ਆ 2 ਬਾਹਰ ਆ ਗਿਆ। ਆਪਣੇ ਕੋਲ ਕਿੰਨਾ ਆ ਗਿਆ 4 ਤੇ 12। 12 ਦੂਣਾ ਕਿੰਨਾ ਆ ਗਿਆ ਆਪਣੇ ਕੋਲ 36। ਦੇਖੋ ਆਪਣੇ ਕੋਲ 4 ਤੇ ਦੇਖੋ 4 ਬਾਹਰ ਆ ਗਿਆ ਆਪਣੇ ਕੋਲ ਵਾਲਾ, ਠੀਕ ਹੈ। ਇੱਕ 4 ਹੀ ਬਾਹਰ ਆ ਗਿਆ, ਇੱਕ ਆਪਣੇ ਕੋਲੇ 3 ਬਾਹਰ ਆ ਗਿਆ, ਇੱਕ ਆਪਣੇ ਕੋਲੇ 2 ਬਾਹਰ ਆ ਗਿਆ। ਕਿੰਨਾ ਆ ਗਿਆ ਆਪਣੇ ਕੋਲੇ 12। 12 ਦੂਣਾ ਕਿੰਨਾ ਆ ਗਿਆ 24। ਤਾਂ ਕਿੰਨਾ ਹੋਊਗਾ ਆਨਸਰ ਆਪਣਾ ਬੱਚੇ 24, ਠੀਕ ਹੈ। 4 ਤੇ 12 12 ਦੂਣਾ ਕਿੰਨਾ ਆ ਗਿਆ 24। ਤਾਂ ਬੱਚੇ ਆਪਣਾ C ਵਾਲਾ ਦੇ ਵਿੱਚ ਆਨਸਰ ਆਊਗਾ। ਇਹ ਆਪਣੇ ਕਿਸੇ ਬੱਚੋ ਮੈਥ ਦੇ ਜਿਹੜੇ ਸਮ ਸੀ ਆਪਾਂ ਉਹ ਡਿਸਕਸ ਕੀਤੇ ਆ ਤੇ ਵੀਡੀਓ ਨੂੰ ਦੇਖਣ ਲਈ ਥੈਂਕ ਯੂ।